वाहेगुरु जी का खालसा वाहेगुरु जी की फतेह। गुरु चरना विच बड़े ही प्रेम नाल संध्या दे दीवाना विच जुड़ बैठी गुरु रूप गुरु खालसा साध संगत जीओ। हर रोज की तरह अज भी सतगुरां ने दया दृष्टि की है अपने ते। सतसंग दीयां घड़ियां विच जुड़न दा सुभाग मिलिया है। आओ समा सफला बनाइए। चल रहे गुर इतिहास के पावन प्रसंगां विचों आप जी ने सरवण कीता सी। गुरु नानक साहब सच्चे पातशाह सुमेर पर्वत की चोटी ते सुभाएमान हन। सिद्धां दे गुरु गोरख ने बड़े सवाल जवाब किए, दबाव भी पाया भी मैनू अपना गुरु बना लो। जे तुसी मेरे सेवक ना बने जीवन में नुकसान झलना पै सकता है। सारिया सवालों के जवाब गुरु नानक साहब जियां ने बड़ी बेपरवाही ना दिते। जदों गोरखनाथ ने वेखिया मेरा जोर नहीं कोई चलता, गुस्से विच आके जिस सिला ते सतगुर बैठे ने उन्होंने पलटाउणा चाहुंदा है। जदों जोर ला के वेख लिया करामात ढेर हो गई, सिला पलटी ना, पत्थर पुठा ही ना होया। गुस्से का भरिया शर्म का मारिया गोरखनाथ सतगुरां दे सामने तो अलोप हो गए। इन्हां सारे प्रसंगां नूं आप जी ने बड़े विस्तार सहित सरवण कीता है, क्योंकि गुरु नानक साहब जियां दे सारे जीवन दे विच ये प्रसंग बड़ी भावना वाले ने, जिन्हां नूं सुन के सिੱਖੀ नूं कमाउण दा जज्बा पैदा होता है। किवें किवें सतगुर सच्चे पातशाह उन्हां शक्तियां दे नाल भिड़दे ने। आओ मन बिरतियां नूं एकाग्र चित बनाइए, प्रेम दी पाओ सांझ। गज वज के आखो जी सतनाम श्री वाहिगुरु साहिब जी। सतनाम श्री सवैया यूं कर गोरख लोप पयो, और बीच विचारत जावत सोई। 84 सिद्धां दे गुरु जो अपने आप नूं जगत दे गुरु कहाउंदे सी गोरखनाथ, गुरु नानक साहब जी दी सिर नूं जदों उल्टाउण लगे, जिस पत्थर ते सतगुर बैठे आ वो चाहुंदा सी भी जे ये मेरे सेवक नहीं बनते, मैं ऐसी करामात वरतावां इन्हां नूं इस भारे पत्थर थल्ले दे देना, कोई मेरे तो वड्डा तां नहीं रहेगा।
ਕਿਸੇ ਦੀ ਮੇਰੇ ਤੋਂ ਵੱਧ ਵਡਿਆਈ ਤਾਂ ਨਹੀਂ ਹੋਏਗੀ। ਜਿਸ ਵੇਲੇ ਕਰਾਮਾਤ ਦਾ ਜ਼ੋਰ ਹੀ ਨਾ ਚੱਲਿਆ, ਗੋਰਖਨਾਥ ਬੇਵੱਸ ਹੋ ਗਿਆ, ਵਿਚਾਰਾ ਬਣ ਕੇ ਸਤਿਗੁਰਾਂ ਦੇ ਸਾਹਮਣੇ ਖੜੇ ਆ। ਗੁਰੂ ਨਾਨਕ ਪਾਤਸ਼ਾਹ ਮੁਸਕਰਾ ਪਏ। ਸਾਹਿਬ ਕਹਿੰਦੇ ਗੋਰਖ ਜੀ ਹੋਇਆ ਤੇ ਕੁਛ ਨਹੀਂ। ਸ਼ਰਮਿੰਦਗੀ ਮਹਿਸੂਸ ਕੀਤੀ। ਗੋਰਖਨਾਥ ਨੇ ਉਸੇ ਪਲ ਅਲੋਪ ਹੋ ਗਿਆ। ਅਲੋਪ ਹੋ ਕੇ ਸੁਮੇਰ ਦੇ ਦੂਜੇ ਪਾਰ, ਕਿਉਂਕਿ ਚੋਟੀ ਉੱਪਰ ਤੋਂ ਮੈਦਾਨ ਦੀ ਤਰ੍ਹਾਂ ਹੁੰਦੀ ਹੈ, ਜਿੱਥੇ ਸਿੱਧਾਂ ਦੇ ਚੌਂਕੜੇ ਲੱਗੇ ਨੇ ਉਸ ਪਾਸੇ ਚਲਿਆ ਗਿਆ। ਹੁਣ ਆਓ ਜਾਂਦਾ ਜਾਂਦਾ ਸੋਚਦਾ ਵੀ ਬੜੀ ਵੱਡੀ ਕਰਾਮਾਤ ਹੈ। ਮੇਰੇ ਉਲਟਾਏ ਹੋਏ ਪਹਾੜ ਸਿੱਧੇ ਨਹੀਂ ਹੁੰਦੇ। ਮੈਂ ਜਿਸ ਸਿੱਲ ਨੂੰ ਹਿਲਾਉਣਾ ਚਾਹੁੰਦਾ ਸੀ, ਉਹ ਇੱਕ ਪਹਾੜ ਜਿੱਡੀ ਸਿੱਲ ਹੈ ਪਰਬਤ ਦੀ ਚੋਟੀ ਤੇ, ਉਹ ਹਿੱਲੀ ਵੀ ਨਹੀਂ। ਜਗਤ ਵਿੱਚ ਇਹਨਾਂ ਦਾ ਚੰਗਾ ਨਾਮ ਹੈ, ਚੰਗਾ ਰੁਤਬਾ ਰੱਖਦੇ ਨੇ। ਹੋਏ ਵੱਡੋ ਪਰਤਾਪ ਸੰਸਾਰ, ਜੋ ਹਮਰੋ ਇਹ ਸੇਵਕ ਹੋਈ। ਇਹ ਗੱਲ ਤੇ ਗੋਰਖਨਾਥ ਜਾਣ ਗਏ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਤਾਪੀ ਪੁਰਖ ਨੇ, ਕੋਈ ਸ਼ੱਕ ਨਹੀਂ। ਗੋਰਖਨਾਥ ਅਣਜਾਣ ਥੋੜੀ ਨਹੀਂ, ਪਰ ਉਹ ਇਸ ਤਰੀਕੇ ਨਾਲ ਸੋਚਦਾ ਵੀ ਜੇ ਏਡੇ ਵੱਡੇ ਪ੍ਰਤਾਪੀ ਮਹਾਂਪੁਰਖ, ਏਡੇ ਰੱਬ ਦੇ ਪਿਆਰੇ ਮੇਰੇ ਵੱਸ ਆ ਜਾਣ, ਮੇਰੇ ਪੰਥ 'ਚ ਆ ਜਾਣ, ਮੇਰੇ ਰਸਤੇ ਤੇ ਆ ਜਾਣ, ਮੈਨੂੰ ਗੁਰੂ ਮੰਨ ਲੈਣ, ਸਮੁੱਚੀ ਮਾਨਵਤਾ ਮਨੁੱਖਤਾ ਦੇ ਵਿੱਚ ਮੇਰਾ ਸਤਿਕਾਰ ਵਧੇਗਾ। ਸਮਾਜ ਅੱਜ ਵੀ ਸੋਚਦਾ ਵੀ ਮੇਰੀ ਵੱਡੇ ਲੋਕਾਂ ਨਾਲ ਉੱਠਣੀ ਬੈਠਣੀ ਹੋਵੇ। ਗਰੀਬ ਨਾਲ ਬੰਦਾ ਸਿੱਧੇ ਮੂੰਹ ਗੱਲ ਨਹੀਂ ਕਰਦਾ, ਪਰ ਪੈਸੇ ਵਾਲਿਆਂ ਦੀ ਬੰਦਾ ਰਾਤ ਨੂੰ ਵੀ ਤਾਬਿਆਦਾਰੀ ਕਰਦਾ ਹੈ, ਜੁੱਤੀਆਂ 'ਚ ਪਾਣੀ ਪੀਂਦਾ। ਕਿਉਂ? ਲੋਕ ਕਹਿਣ ਵੀ ਫਲਾਣੇ ਦੀ ਪਹੁੰਚ ਫਲਾਣੇ ਤੱਕ ਹੈ, ਸਿਰਫ ਇੱਥੇ ਤੱਕ। ਪਰ ਜੇ ਉਹ ਜਾਣ ਲੱਗੇ ਵੀ ਜਿੰਨਾ ਪਿੱਛੇ ਮੈਂ ਤੁਰਿਆ ਫਿਰਦਾ, ਇਹ 5 ਸਾਲ ਨੇ 10 ਸਾਲ ਨੇ, ਮੁੜ ਕੇ ਕਿਸੇ ਨੇ ਨਹੀਂ ਪੁੱਛਣਾ। ਕੋਈ ਵੀਰਾਂ ਵੱਡੇ ਨਹੀਂ ਸਿਆਣਦਾ। ਬੰਦੇ ਦੀ ਸ਼ਖਸੀਅਤ ਹੀ ਉਹਦਾ ਵੱਡਾ ਗਹਿਣਾ ਹੁੰਦਾ ਹੈ, ਉਹ ਭਾਵੇਂ ਗਰੀਬ ਹੋਵੇ ਜਾਂ ਅਮੀਰ ਹੋਵੇ। ਅੱਜ ਸਾਡੇ ਕੋਲ ਆਪਣੀ ਸ਼ਖਸੀਅਤ ਕੋਈ ਨਹੀਂ, ਸਾਡੇ ਕੋਲ ਆਪਣੀ ਪਹਿਚਾਣ ਕੋਈ ਨਹੀਂ। ਸਿਰਫ ਅਸੀਂ ਦੁਨੀਆ ਨੂੰ ਖੁਸ਼ ਕਰਨ ਵਾਸਤੇ, ਲੋਕਾਂ ਨੂੰ ਖੁਸ਼ ਰੱਖਣ ਦੇ ਲਈ ਬਸ ਨਾਰਦ ਵਾਂਗ ਨੱਚਦੇ ਫਿਰਦੇ ਆ। ਗੋਰਖਨਾਥ ਮਨ 'ਚ ਖਿਆਲ ਕਰਦਾ ਹੈ ਵੀ ਜਿਨ੍ਹਾਂ ਦਾ ਦੁਨੀਆ ਵਿੱਚ ਨਾਮ ਹੈ, ਇੱਜ਼ਤ ਹੈ, ਕਿਉਂ ਨਾ ਜੇ ਉਹ ਗੁਰੂ ਨਾਨਕ ਮੇਰੇ ਸ਼ਿਸ਼ ਬਣ ਜਾਣ, ਸੇਵਕ ਬਣ ਜਾਣ, ਮੇਰਾ ਕਿੰਨਾ ਮਾਣ ਵੱਧ ਜਾਏਗਾ, ਕਿੱਡਾ ਵੱਡਾ ਰੁਤਬਾ ਹੋਏਗਾ। ਪੰਥ ਪ੍ਰਕਾਸ਼ ਵਿਸਾਲ ਕਰੇ ਮਮ, ਜਾਂ ਸਮਯੋਰ ਨਦੀ ਸਤ ਕੋਈ। ਮਨ ਦੇ ਵਿੱਚ ਲਾਲਚ ਜਾਗ ਪਿਆ ਵੀ ਜੇ ਇਹ ਮੇਰੇ ਪੰਥ ਵਿੱਚ ਆ ਜਾਣ ਤੇ ਮੇਰੇ ਪੰਥ ਦਾ ਨਾਮ ਦੁਨੀਆ ਦੇ ਨਕਸ਼ੇ ਤੇ ਆ ਜਾਣਾ। ਇਸ ਲਈ ਮੈਂ ਹੁਣ ਕਿਸੇ ਹੋਰ ਨੂੰ ਸਿੱਧ ਨਾ ਬਣਾਵਾਂ, ਮੈਂ ਕੋਸ਼ਿਸ਼ ਕਰਾਂ ਗੁਰੂ ਨਾਨਕ ਸਾਹਿਬ ਨੂੰ ਝੁਕਾਵਾਂ। ਇਹ ਸੁਪਰੀਮ ਨੇ, ਲੱਖਾਂ ਸਾਧੂ ਫਕੀਰ ਪੀਰ ਇਹਨਾਂ ਦਾ ਪਾਣੀ ਭਰਦੇ ਨੇ। ਜੇ ਇਹ ਮੇਰਾ ਪਾਣੀ ਭਰਨ ਲੱਗ ਪਏ ਤੇ ਜੱਗ ਵਿੱਚ ਗੋਰਖ ਗੋਰਖ ਜਪਿਆ ਜਾਊ। ਦੇਖੋ, ਧਰਮ ਦੀ ਦੁਨੀਆ ਦੇ ਵਿੱਚ ਸਿੱਧਾਂ ਦੇ ਗੁਰੂ ਹੋ ਕੇ ਅੰਦਰ ਕੋਈ ਸ਼ਾਂਤੀ ਹੈ ਕਿਤੇ, ਟਿਕਾ ਹੈ ਕਿਤੇ? ਭਗਤੀ ਕਰਨ ਵਾਲਿਆਂ ਦੇ ਅੰਦਰ ਤੇ ਏਡਾ ਵੱਡਾ ਟਿਕਾ ਏ, ਕੋਈ ਗੋਲੀਆਂ ਵੀ ਮਾਰ ਕੇ ਛਲਣੀ ਕਰਦੇ ਉਹਦਾ ਵੀ ਦਰਦ ਨਹੀਂ, ਕਿਉਂਕਿ ਇਕਾਗਰਤਾ ਹੈ, ਰਸ ਹੈ। ਪਰ ਗੋਰਖਨਾਥ ਐਡੀ ਲੰਬੀ ਉਮਰ ਵਧਾ ਕੇ ਵੀ ਅਜੇ ਤੱਕ ਸ਼ਾਂਤ ਨਾ ਹੋਇਆ। ਮਨ ਹੈ ਆਨ ਜੇ ਦੇਸ਼ ਮਹਾਨ, ਬਨੇ ਸਭ ਥਾਨ ਮੈਂ ਸੇਵਕ ਲੋਈ। ਹੁਣ ਲਾਲਚ ਇਹ ਜਾਗ ਪਿਆ ਵੀ ਗੁਰੂ ਨਾਨਕ ਪਾਤਸ਼ਾਹ ਤੇ ਮੱਕੇ ਜਾ ਆਏ। ਹੁਣ ਅੰਤਰਜਾਮੀ ਤੇ ਹੈ ਹੀ ਹੈ ਗੋਰਖਨਾਥ, ਸਾਰਾ ਕੁਝ ਜਾਣਦਾ ਵੀ ਉੱਥੇ ਤੇ ਇਹਨਾਂ ਨੂੰ ਪੀਰ ਮੰਨਦੇ ਆ, ਅੱਲਾ ਦੇ ਵਲੀ ਮੰਨਦੇ ਆ, ਤੇ ਸਾਰੀ ਮਨੁੱਖਤਾ 'ਚ ਜਿੱਥੇ ਜਿੱਥੇ ਇਹਨਾਂ ਨੇ ਜਾਣਾ ਮੇਰੇ ਨਾਮ ਦਾ ਡੰਕਾ ਵਜਾਉਣਗੇ। ਪਰ ਮੂਰਖ ਗੋਰਖ ਇਹ ਭੁੱਲ ਚੁੱਕਾ ਹੈ, ਇਹ ਤੇ ਨਿਰੰਕਾਰ ਆਪ ਨੇ। ਜਿਸ ਰੱਬ ਦੀ ਗੱਲ ਦੁਨੀਆ ਕਰਦੀ ਹੈ ਤੇ ਉਹ ਰੱਬ ਨੇ, ਉਹ ਅਲੱਗ ਗੱਲ ਆ ਵੀ ਆਪਣਾ ਆਪ ਸਿੱਧ ਹੀ ਨਹੀਂ ਕਰਕੇ ਵਿਖਾਉਂਦੇ, ਦੱਸਦੇ ਹੀ ਨਹੀਂ ਕਿਸੇ ਨੂੰ ਵੀ ਅਸੀਂ ਪਰਮਾਤਮਾ ਹਾਂ। ਮਨੁੱਖਾਂ ਦੇ ਭੇਸ ਵਿੱਚ ਰੱਬ ਧਰਤੀ ਤੇ ਆਪ ਵਿਚਰ ਰਿਹਾ ਹੈ। ਬਸ ਇਹ ਗੱਲ ਗੋਰਖਨਾਥ ਸਮਝ ਨਹੀਂ ਸਕਿਆ। ਕੋਸ਼ਿਸ਼ ਹੈ ਇਹਨਾਂ ਨੂੰ ਆਪਣੇ ਪੈਰੀ ਲਾ ਲਾਂ, ਇਹਨਾਂ ਨੂੰ ਝੁਕਾ ਲਾਂ,
ਇਹ ਮੇਰਾ ਪਾਣੀ ਭਰਨ, ਮੇਰਾ ਨਾਮ ਜਪਣ, ਦੁਨੀਆ ਵਿੱਚ ਜਾ ਕੇ ਜਪਾਉਣ, ਇਹੀ ਕੰਮ ਗੋਰਖਨਾਥ ਕਰਦੇ ਤੇ ਇਹੀ ਕਦੇ ਹਰਨਾਕਸ਼ ਕਰਦਾ ਸੀ। ਕਹਿੰਦਾ ਸੀ ਆਖੋ ਜਲੇ ਹਰਨਾਕਸ਼ ਥਲੇ ਹਰਨਾਕਸ਼, ਵੀ ਜਿੱਥੇ ਜਿੱਥੇ ਵੇਖੋ ਉੱਥੇ ਹਰਨਾਕਸ਼ ਬੜੇ ਦੁਨੀਆ ਤੇ ਆਏ ਜੀ। ਆਪਣੇ ਆਪ ਨੂੰ ਪਰਿਪੂਰਨ ਬਲੀ ਅਵਤਾਰ ਪਰਮਾਤਮਾ ਕਹਾਉਣ ਵਾਲੇ ਸਿੱਧਾਂ ਦੇ ਗੁਰੂਆਂ ਦੇ ਵਿੱਚੋਂ ਗੁਰੂ ਗੋਰਖਨਾਥ ਵੀ ਅੱਜ ਰੱਬ ਦੇ ਨਾਲ ਸ਼ਰੀਕਾ ਕੱਢ ਕੇ ਬੈਠੇ। ਇਹ ਸੋਚਦੇ ਜਾਂਦੇ ਆ ਵੀ ਕੋਈ ਇਹੋ ਜਿਹਾ ਤਰੀਕਾ ਲੱਭਾਂ, ਕਿਉਂਕਿ ਮੇਰੀ ਕਰਾਮਾਤ ਤਾਂ ਨਹੀਂ ਇਹਨਾਂ ਤੇ ਚੱਲੀ। ਜਿਵੇਂ ਕਨਵਿੰਸ ਹੋ ਜਾਣ, ਮਜਬੂਰ ਹੋ ਜਾਣ, ਮੇਰੇ ਤੋਂ ਪ੍ਰਭਾਵਿਤ ਹੋਵਣ। ਤੋਹਰ ਏਕ ਗ੍ਰਾਮ ਕੋ ਭੂਪ ਜਿਉ, ਚਹਿਤ ਚਤੁਰ ਦਿਸ ਜੀਤ, ਗੋਰਖ ਇੱਛਾ ਕਰਤ ਤਯੋ, ਜਿਉ ਪ੍ਰਾਪਤ ਵਿਪਰੀਤ। ਭਾਈ ਬਾਲਾ ਜੀ ਸੁਣਾਉਂਦੇ ਆ ਗੁਰੂ ਅੰਗਦ ਦੇ ਪਾਤਸ਼ਾਹ ਜੀ, ਗੋਰਖਨਾਥ ਦੀ ਹਾਲਤ ਇਹੋ ਜੀ ਹੈ ਜਿਵੇਂ ਕਿਸੇ ਪਿੰਡ ਦਾ ਪੰਚ ਸਰਪੰਚ ਚੌਧਰੀ ਕਿਸੇ ਇਲਾਕੇ ਦਾ ਛੋਟਾ ਜਿਹਾ ਰਾਜਾ ਦੁਨੀਆ ਨੂੰ ਜਿੱਤਣ ਦੇ ਸੁਪਨੇ ਲੈਂਦਾ ਫਿਰਦਾ ਹੋਵੇ ਵੀ ਮੈਂ ਸਾਰੀ ਦੁਨੀਆ ਤੇ ਕਾਬੂ ਕਰ ਲੂੰ, ਪਰ ਉਹ ਤੇ ਸੁਪਨਾ ਹੀ ਲੈਣਾ, ਐਡੀ ਹੈਸੀਅਤ ਤੇ ਹੈ ਨਹੀਂ। ਹੁਣ ਗੋਰਖਨਾਥ ਰੱਬ ਪਰਮਾਤਮਾ ਪਰਮੇਸ਼ਵਰ ਜੋ ਸਾਰੀ ਸ੍ਰਿਸ਼ਟੀ ਦਾ ਹੀ ਮਾਲਕ ਹੈ, ਕੁੱਲ ਕਾਇਨਾਤ ਦਾ, ਉਹਨੂੰ ਆਪਣੇ ਕਾਬੂ ਕਰਨ ਵਿੱਚ ਸੋਚਦਾ ਹੈ ਵੀ ਕਿਵੇਂ ਨਾ ਕਿਵੇਂ ਜੇ ਬਲੀ ਗੁਰੂ ਨਾਨਕ ਮੇਰੀ ਆਗਿਆ 'ਚ ਚੱਲ ਪਏ ਨਾ, ਸਾਰਾ ਹੀ ਜਹਾਨ ਚੱਲੇਗਾ। ਪੱਛਮੀ ਦੇਸ਼, ਅਫਰੀਕਾ ਦੇ ਦੇਸ਼, ਯੂਰਪ ਦਾ ਇਲਾਕਾ ਜਿੰਨਾ ਸਾਰਾ, ਜਾਂ ਏਸ਼ੀਆ ਜਿੰਨਾ ਹੈ, ਮੈਨੂੰ ਗੁਰੂ ਮੰਨੇਗਾ। ਦੇਖੋ ਕਿੱਡੀ ਵੱਡੀ ਹਉਮੈ ਆ ਗੁਰੂ ਕਹਾਉਣ ਦੀ, ਮੱਥਾ ਟਿਕਾਉਣ ਦੀ, ਪੂਜਨੀਕ ਹੋਣ ਦੀ। ਇਹਨੂੰ ਮਰਦ ਨੇ ਮੁਕਾ ਦੇਣਾ ਅੰਦਰੋਂ, ਪਰ ਤਰਲੋ ਮੱਛੀ ਹੋਇਆ ਪਿਆ ਗੁਰੂ। ਸਿੱਧਾਂ ਦੀ ਸਭਾ ਦੇ ਨੇੜੇ ਘੁੰਮਦਾ ਹੈ, ਪਰ ਅੰਦਰੋਂ ਪਰੇਸ਼ਾਨ ਬੜਾ ਹੈ। ਸੱਚੀ ਦੁਨੀਆ ਅੱਜ ਵੀ ਇਸੇ ਗੱਲ 'ਚ ਦੁਖੀ ਹੈ। ਮੈਂ ਫਲਾਣੇ ਨੂੰ ਕੱਟਣਾ ਹੈ, ਉਹਨੂੰ ਪਿੱਛੇ ਛੱਡਣਾ ਹੈ, ਮੈਂ ਵੱਡਾ ਹੋ ਜਾਣਾ ਹੈ, ਵੱਡੇ ਰੁਤਬਿਆਂ ਤੇ ਬਹਿਣਾ, ਲੋਕ ਤੇ ਸ਼ਰੀਕਾ ਸੜੇ, ਲੋਕੀ ਕਹਿਣ ਵੇਖ ਹੋਏ ਕਿੱਥੇ ਪਹੁੰਚ ਗਿਆ। ਇਹਨਾਂ ਚੱਕਰਾਂ 'ਚ ਬੰਦਾ ਆਪਣੀ ਉਮਰ ਗਵਾ ਲੈਂਦਾ, ਮੁੜ ਕੇ ਬੁਢਾਪੇ 'ਚ ਆ ਜਾਂਦਾ। ਫੇਰ ਕਿੱਥੇ ਹੈ? ਉਸੇ ਧਰਤੀ ਤੇ ਬੈਠਾ ਫਿਰ ਦੱਸਦਾ ਹੁੰਦਾ ਹੈ ਅਸੀਂ ਆਹ ਵੀ ਕੀਤਾ, ਉਹ ਵੀ ਕੀਤਾ। ਅੱਜ ਕੀ ਹੈ? ਕੁਛ ਵੀ ਨਹੀਂ। ਸਤਿਗੁਰ ਇਹੀ ਸਮਝਾਉਣਾ ਚਾਹੁੰਦੇ ਸੀ ਗੋਰਖਨਾਥ ਨੂੰ, ਪਰ ਉਹ ਸੁਣਦਾ ਹੀ ਕੁਛ ਨਹੀਂ। ਉਹ ਤੇ ਈਨ ਮਨਾਉਣੀ ਚਾਹੁੰਦਾ ਏ। ਸਿੱਧ ਮੰਡਲ ਮੈਂ ਪ੍ਰਗਟਿਓ ਤਬ ਜਾਏ ਹਿਰਦੈ, ਬੋ ਚਿੰਤੋ ਪਾਏ ਵਿਚਾਰੇ। ਜਿਸ ਵੇਲੇ ਗੋਰਖਨਾਥ ਨੇ ਸੋਚਿਆ, ਚਿੰਤਾ ਦੇ ਵਹਿਣ 'ਚ ਬੈਠਾ ਬੈਠਾ ਸਿੱਧਾਂ ਦੀ ਮੰਡਲੀ ਚਾਨ ਪ੍ਰਗਟ ਹੋਇਆ। ਹੁਣ ਗੁਰੂ ਹੈ, ਬਾਕੀ ਸਿੱਧ ਛੋਟੇ ਛੋਟੇ ਪੱਥਰਾਂ ਤੇ ਬੈਠੇ ਆ, ਜਿੱਥੇ ਜਿੱਥੇ ਥਾਂ ਹੁੰਦੀ ਉਹਨਾਂ ਦੀ ਰੁਤਬੇ ਦੇ ਮੁਤਾਬਕ। ਗੁਰੂ ਗੋਰਖ ਆ ਕੇ ਸਾਰਿਆਂ ਦੇ ਸਾਹਮਣੇ ਬੈਠਾ ਹੈ, ਪਰ ਦੁਖੀ ਬਹੁਤ ਹੈ। ਸ਼ੇਰ ਦੀ ਖਲ ਲੱਕ ਨਾਲ ਬੰਨੀ ਹੋਈ ਹੈ, ਸਿਰ ਤੇ ਜੂੜਾ ਹੈ, ਜਟਾਵਾਂ ਨੇ ਗੋਰਖ ਦੇ, ਵੱਡੀਆਂ ਵੱਡੀਆਂ ਮੂੰਛਾਂ ਲੰਮੀਆਂ ਲੰਮੀਆਂ ਨੇ, ਦਾੜੀ ਤੋਂ ਲੰਮੀਆਂ। ਗੋਰਖਨਾਥ ਦਾ ਚਿਹਰਾ ਹੈ, ਸਰੀਰ ਬਿਲਕੁਲ ਸੁੱਕਿਆ ਹੋਇਆ, ਕਾਨੇ ਤੇ ਲੱਕੜੀ ਵਰਗਾ। ਬੰਦਗੀ ਕਰਨ ਵਾਲਿਆਂ ਦੇ ਜੀਵਨ ਦੀ ਨਿਸ਼ਾਨੀ ਹੁੰਦੀ ਹੈ ਉਹਨਾਂ ਦਾ ਸਰੀਰ ਬਿਲਕੁਲ ਸੁੱਕਾ ਕਾਨੇ ਜੈਸਾ ਹੋ ਜਾਊਗਾ ਜੋ ਨਾਮ ਜਪਦੇ ਆ। ਜੋ ਨਾਮ ਨਹੀਂ ਜਪਦਾ ਨਾ, ਉਹਦੀ ਸ਼ਕਲ ਦੱਸਦੀ ਆ ਉਹ ਤੇ ਵਿਚਾਰਾ ਬਰਗਰ ਵਰਗਾ ਹੋਇਆ ਪਿਆ, ਉਹਨੇ ਕੀ ਜਪਣਾ। ਜਦ ਕੋਈ ਰੂਹ ਭਗਤੀ ਕਰਦੀ ਹੈ, ਬੰਦਗੀ ਕਰਦੀ ਹੈ, ਚਿਹਰੇ ਤੇ ਲਾਲੀ ਤੇ ਸਰੀਰ ਬਿਲਕੁਲ ਸੁੱਕ ਜਾਂਦਾ ਹੈ। ਸਿੱਧਾਂ ਦੇ ਚਿਹਰਿਆਂ ਤੇ ਲਾਲੀਆਂ ਨੇ, ਪਰ ਸਰੀਰ ਹੱਡੀ ਪਿੰਜਰ ਬਣੇ ਹੋਏ ਆ। ਆ ਕੇ ਜਦੋਂ ਬੈਠੇ ਸਾਰੇ ਸਿੱਧਾਂ ਨੇ ਵੇਖਿਆ, ਜਿਹੜੇ ਜਿਹੜੇ ਜਾਗਦੇ ਬੈਠੇ ਸੀ ਸੁਰਤ ਕਰਕੇ ਉਹਨਾਂ ਨਮਸਕਾਰ ਕੀਤੀ, ਆਦੇਸ਼ ਕੀਤੀ, ਸਲਾਮ ਕੀਤੀ ਹੈ ਜੀ, ਮੱਥਾ ਟੇਕਿਆ। ਕਿਉਂਕਿ ਗੁਰੂ ਨੇ, ਗੁਰੂ ਦਾ ਰੁਤਬਾ, ਗੁਰੂ ਦਾ ਅਹੁਦਾ ਵੱਡਾ ਹੁੰਦਾ ਹੈ। ਬੜੇ ਸਿੱਧ ਬੈਠੇ ਸੀ ਬੇਪਰਵਾਹ ਹੋ ਕੇ ਆਪਣੇ ਆਪ 'ਚ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕੌਣ ਹੈ। ਕਾਫੀ ਦੇਰ ਤੱਕ ਗੋਰਖਨਾਥ ਬੈਠੇ ਰਹੇ, ਪਰ ਮਨ ਵਿੱਚ ਚਿੰਤਾ ਹੈ, ਮੱਥੇ ਤੇ ਪਸੀਨਾ ਹੈ, ਤਿਉੜੀ ਹੈ। ਦੁਖੀ ਬੰਦੇ ਦੀ ਨਿਸ਼ਾਨੀ ਪਤਾ ਕੀ ਹੈ? ਉਹਦੇ ਮੱਥੇ ਤੇ ਤਿਉੜੀਆਂ ਪੈ ਜਾਣੀਆਂ। ਉਹ ਜਿੰਨਾ ਮਰਜ਼ੀ ਹੱਸ ਕੇ ਵਿਖਾਵੇ, ਜਿੰਨਾ ਮਰਜ਼ੀ ਖੁਸ਼ ਰਹਿਣ ਦੀ ਕੋਸ਼ਿਸ਼ ਕਰੇ, ਪਰ ਉਹਦਾ ਚਿਹਰਾ ਦੱਸਦਾ ਵੀ ਇਹ ਤੇ ਰੋਂਦੀ ਰੂਹ ਹੈ, ਹੱਸੇ ਹੀ ਰਹੇ।
ਅੱਜ ਗੋਰਖਨਾਥ ਦੇ ਚਿਹਰੇ ਤੋਂ ਪਤਾ ਲੱਗਦਾ ਹੈ ਤਰੇਲੀਆਂ ਆਉਂਦੀਆਂ ਨੇ, ਦੁਖੀ ਪਰੇਸ਼ਾਨ ਬੈਠਾ ਹੈ। ਜੇ ਗੁਰੂ ਦੁਖੀ ਆ ਤੇ ਜੀ ਫਿਰ ਚੇਲਿਆਂ ਦਾ ਕੀ ਬਣੂਗਾ? ਜਿਹਦਾ ਗੁਰੂ ਦੁਖੀ ਹੋਵੇ ਉਹਦੇ ਸਿੱਖ ਨੂੰ ਸੁਖੀ ਕੌਣ ਕਰ ਸਕਦਾ ਹੈ? ਉਸ ਵੇਲੇ ਦਾ ਮਛੰਦਰਨਾਥ ਨੇ ਵੇਖਿਆ ਵੀ ਮੇਰਾ ਗੁਰੂ ਗੋਰਖਨਾਥ ਸਾਨੂੰ ਸੁੱਖ ਦੇਣ ਵਾਲਾ ਅੱਜ ਦੁਖੀ ਕਿਉਂ ਹੈ? ਇਤ ਸ੍ਰੀ ਗੁਰ ਸੋ ਮਰਦਾਨੇ ਤਬੈ, ਹਿਤ ਬੂਝਨੇ ਕੋ ਮੁਖ ਬਾਕ ਉਚਾਰੇ। ਇਧਰ ਗੋਰਖਨਾਥ ਆਪਣੇ ਸਿੱਧਾਂ ਵਿੱਚ ਬੈਠਾ ਏ, ਚਿੰਤਤ ਹੈ, ਚਿਹਰਾ ਪੀਲਾ ਹੋ ਗਿਆ। ਥੋੜੀ ਹੋਈ ਉਹਦੇ ਨਾਲ। ਅਗਲਾ ਕਹਿੰਦਾ ਸੀ ਮੈਂ ਪੱਥਰ ਉਡਾ ਦਿਆਂਗਾ, ਸਿੱਲ ਉਡਾ ਕੇ ਨੀਚੇ ਦੱਬ ਦਿਆਂਗਾ ਥੱਲੇ। ਹੋਇਆ ਹੀ ਕੁਛ ਨਹੀਂ, ਕਿਉਂਕਿ ਈਗੋ ਹੱਟ ਹੋ ਗਈ। ਬੰਦਾ ਨਾ ਬੜਾ ਦੁਖੀ ਹੁੰਦਾ ਹੈ ਜਦੋਂ ਉਹਦੀ ਹਉਮੈ ਨੂੰ ਸੱਟ ਵੱਜਦੀ ਹੈ। ਉਹਦਾ ਸਭ ਤੋਂ ਵੱਡਾ ਜ਼ਿੰਦਗੀ ਦਾ ਦੁੱਖ ਹੁੰਦਾ ਜੋ ਬਰਦਾਸ਼ਤ ਨਹੀਂ ਹੁੰਦਾ। ਗੋਰਖਨਾਥ ਦੀ ਹਉਮੈ ਨੂੰ ਸੱਟ ਵੱਜੀ, ਲੋਕੀ ਪਾਣੀ ਭਰਦੇ ਸੀ, ਗੁਰੂ ਗੁਰੂ ਕਹਿੰਦੇ ਸੀ, ਪਰ ਪਹਿਲੇ ਮਿਲੇ ਨੇ ਨਾਨਕ ਜੀ ਜਿਨ੍ਹਾਂ ਨੇ ਸੁਣੀਓ ਕੋਈ ਨਹੀਂ। ਜੋ ਬਚਨ ਆਖਿਆ ਗੋਰਖਨਾਥ ਦੀ ਗੱਲ ਨੂੰ ਕੱਟਦੇ ਜਾਂਦੇ ਆ। ਇੱਧਰ ਦੂਜੇ ਪਾਸੇ ਸਮੇਰ ਪਰਬਤ ਦੇ ਇੱਕ ਪਾਸੇ ਸਿੱਧ ਬੈਠੇ ਆ, ਦੂਜੇ ਪਾਸੇ ਸਤਿਗੁਰ ਬੈਠੇ ਆ। ਕਿਉਂਕਿ ਹਰ ਪਰਬਤ ਦੀਆਂ 4 ਦਿਸ਼ਾਵਾਂ ਹੁੰਦੀਆਂ। ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨਾ ਕਹਿੰਦਾ ਮਹਾਰਾਜ ਇੱਥੇ ਤੇ ਸ਼ਾਂਤੀ ਬਹੁਤ ਹੈ, ਸਿੱਧਾਂ ਦਾ ਗੁਰੂ ਆਇਆ ਸੀ ਖਾਲੀ ਤੋਂ ਗਿਆ, ਮੁੜ ਕੇ ਕੋਈ ਸਿੱਧ ਹੀ ਨਹੀਂ ਆਇਆ। ਆਪਾਂ ਇੱਥੇ ਬੈਠ ਕੇ ਕਿਵੇਂ ਸਮਾਂ ਬਤੀਤ ਕਰਾਂਗੇ, ਕਿੰਨੀ ਦੇਰ ਲਗਾਉਣੀ ਹੈ। ਸਵਿਤ ਹੈ ਨਹਿ ਦੀਸਤ ਹੈ ਕਰਨਾ ਨਿਦ, ਜੋ ਹਮ ਉਰਦ ਔਰ ਨਹਾਰੇ। ਹੱਸਦੇ ਹੱਸਦੇ ਭਾਈ ਮਰਦਾਨਾ ਕਹਿੰਦੇ ਬਾਬਾ ਜੀ ਮੈਨੂੰ ਤੇ ਹੀ ਨਹੀਂ ਪਤਾ ਲੱਗਦਾ ਵੀ ਆਪਾਂ ਕਿਹੜੀ ਦਿਸ਼ਾ 'ਚ ਬੈਠੇ ਆ, ਕਿਉਂਕਿ ਧਰਤੀ ਤੇ ਨਜ਼ਰ ਨਹੀਂ ਆਉਂਦੀ ਕਿਤੇ ਪਰਬਤਾਂ ਤੇ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਬਹੁਤ ਦੂਰ ਆਪਾਂ ਧਰਤੀ ਤੋਂ, ਪਰ ਕਹਿੰਦੇ ਬਾਦਸ਼ਾਹ ਮੈਨੂੰ ਤੇ ਸਬਤਾ ਵੀ ਨਹੀਂ ਦਿਸਦਾ। ਸਬਤਾ ਕਹਿੰਦੇ ਆ ਸੂਰਜ ਨੂੰ, ਉਹ ਵੀ ਕਿਤੇ ਨਜ਼ਰ ਨਹੀਂ ਆਉਂਦਾ। ਨਾ ਸੱਜੇ ਦਿਸੇ ਨਾ ਖੱਬੇ ਦਿਸੇ, ਨਾ ਆਸਮਾਨ ਵਿੱਚ ਦਿਸੇ ਨਾ ਥੱਲੇ ਨਜ਼ਰ ਆਵੇ। ਬਾਬਾ ਕਿਹੜੀ ਥਾਂ ਤੇ ਆ ਗਏ ਆਪਾਂ ਅਣਗੌਲੀ ਜੀ? ਕਿਉਂਕਿ ਸੂਰਜ ਤੇ ਚੰਦ ਤੁਹਾਨੂੰ ਦੁਨੀਆ ਦੇ ਹਰ ਕੋਨੇ ਤੇ ਮਿਲਣਾ। ਧਰਤੀ ਤੇ ਤੁਸੀਂ ਕਿਸੇ ਬਿੰਦੂ ਤੇ ਚਲੇ ਜਾਓ, ਕਿਸੇ ਕੰਟਰੀ 'ਚ ਚਲੇ ਜਾਓ, ਕਿਸੇ ਸਟੇਟ 'ਚ ਚਲੇ ਜਾਓ, ਕਿਸੇ ਦਿਸ਼ਾ 'ਚ ਚਲੇ ਜਾਓ, ਈਵਨ ਕਿ ਬ੍ਰਹਿਮੰਡ ਦੀ ਸੈਰ ਤੇ ਚਲੇ ਜਾਓ, ਸੌਰ ਮੰਡਲ 'ਚ ਸੂਰਜ ਤੁਹਾਨੂੰ ਉੱਥੇ ਵੀ ਮਿਲਣਾ ਹੈ। ਮੰਗਲ ਗ੍ਰਹਿ ਤੇ ਚਲੇ ਜਾਓ, ਸੈਟਰਨ ਤੇ ਚਲੇ ਜਾਓ, ਕਿਸੇ ਗ੍ਰਹਿ ਤੇ ਚਲੇ ਜਾਓ, ਸੂਰਜ ਤੁਹਾਨੂੰ ਕਿਸੇ ਨਾ ਕਿਸੇ ਦਿਸ਼ਾ 'ਚ ਦਿਸੇਗਾ। ਕਿਤੇ ਮਟਰ ਦੇ ਦਾਣੇ ਜਿੱਡਾ, ਕਿਤੇ 1 ਫੁੱਟ ਦਾ, ਕਿਤੇ ਬਹੁਤ ਵੱਡਾ, ਕਿਤੇ ਬਹੁਤ ਛੋਟਾ, ਨਜ਼ਰ ਹਰ ਥਾਂ ਤੇ ਆਏਗਾ। ਸਾਡੇ ਸੌਰ ਮੰਡਲ 'ਚ ਜਿੰਨਾ ਵੀ ਹੈ, ਭਾਵੇਂ ਉਹ 'ਚ ਹਜ਼ਾਰਾਂ ਧਰਤੀਆਂ ਨੇ, ਹਜ਼ਾਰਾਂ ਹੀ ਆਕਾਸ਼, ਸੂਰਜ ਦਿਸਦਾ ਹੈ। ਤਾਂ ਹੀ ਬਾਣੀ ਲਿਖਦੀ ਹੈ ਨਾ, ਸੂਰਜ ਏਕੋ ਰੁੱਤ ਅਨੇਕ। ਸਾਡੇ ਸੌਰ ਮੰਡਲ ਦਾ ਇੱਕ ਸੂਰਜ ਹੈ ਸਾਰਿਆਂ ਤੋਂ ਵੱਡਾ, ਜੋ ਹਰ ਥਾਂ ਤੇ ਦਿਸਦਾ ਹੈ। ਪਰ ਭਾਈ ਮਰਦਾਨਾ ਕਹਿੰਦਾ ਬਾਬਾ ਇੱਥੇ ਤਾਂ ਸੂਰਜ ਦਿਸਦਾ ਨਹੀਂ, ਮੈਨੂੰ ਕਿਸੇ ਪਾਸੇ ਵੀ ਨਾ ਚੰਦਰਮਾ ਨਜ਼ਰ ਆਵੇ, ਨਾ ਸੂਰਜ ਨਜ਼ਰ ਆਉਂਦਾ ਏ। ਹੋਰ ਭਾਖਤ ਨੀਚੇ ਕੋ ਡੀਠ ਕਰੋ, ਪਸਚਾਤ ਦਿਸ਼ਾ ਹੂੰ ਕੀ ਔਰ ਪਧਾਰੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਸੂਰਜ ਸਾਡੇ ਤੋਂ ਪਿੱਛੇ ਰਹਿ ਗਿਆ, ਹੇਠਾਂ। ਉਹ ਕਿਵੇਂ? ਜਦ ਜਦ ਸੂਰਜ ਛਿਪਦਾ, ਕਦੇ ਸਮੁੰਦਰਾਂ ਦੇ ਬੀਚ ਤੇ ਵੇਖਿਓ ਜਾ ਕੇ ਕਿਨਾਰੇ, ਚੜ੍ਹਦਾ ਸੂਰਜ ਤੇ ਛਿਪਦਾ ਸੂਰਜ, ਏਦਾਂ ਲੱਗਦਾ ਹੈ ਵੀ ਹੁਣ ਸਮੁੰਦਰ ਦੇ ਨਾਲ ਧਰਤੀ ਤੇ ਲੱਗਣ ਲੱਗਿਆ। ਤੇ ਪਹਾੜਾਂ ਵਿੱਚ ਜਦੋਂ ਸੂਰਜ ਪਰਬਤਾਂ ਤੇ ਛਿਪਦਾ ਹੈ, ਉੱਥੇ ਲੱਗਦਾ ਵੀ ਪਰਬਤ ਉੱਚੇ ਨੇ ਤੇ ਸੂਰਜ ਹੇਠਾਂ ਚਲੇ ਗਿਆ, ਕਿਉਂਕਿ ਧਰਤੀ ਅੰਡਕਾਰ ਸ਼ੇਪ 'ਚ ਹੈ। ਇਸ ਕਰਕੇ ਦਿਸ਼ਾ ਦੇ ਵਿੱਚ ਏਦਾਂ ਫੀਲ ਹੁੰਦਾ ਹੈ। ਗੁਰੂ ਸਾਹਿਬ ਆਖਦੇ ਮਰਦਾਨਿਆ ਪਿੱਛੇ ਵੇਖ, ਤੇਰੀ ਪਿੱਠ ਵਾਲੇ ਪਾਸੇ ਸੂਰਜ ਛਿਪ ਰਿਹਾ ਹੈ, ਉਹ ਤੇਰੇ ਤੋਂ ਨੀਵਾਂ ਹੋ ਗਿਆ। ਕਿਉਂਕਿ ਜਦੋਂ ਸਾਡੇ ਇਸ ਮੁਲਕ ਵਿੱਚ ਸੂਰਜ ਛਿਪਦਾ ਹੈ ਤੇ ਅਮਰੀਕਾ ਵਰਗੀ ਕੰਟਰੀ ਵਿੱਚ ਏਦਾਂ ਲੱਗਦਾ ਵੀ ਹੁਣ ਚੜ੍ਹ ਗਿਆ। ਇਹ ਲੱਥਦਾ ਚੜ੍ਹਦਾ ਤੇ ਉਤਰਦਾ ਨਹੀਂ ਹੁੰਦਾ। ਸੂਰਜ ਹਮੇਸ਼ਾ ਆਪਣਾ ਪ੍ਰਕਾਸ਼ ਦੇ ਰਿਹਾ ਹੈ। ਧਰਤੀ ਦੇ ਘੁੰਮਣ ਕਰਕੇ ਕਦੇ ਸੂਰਜ ਧਰਤੀ ਦੇ ਇਸ ਹਿੱਸੇ ਵਿੱਚ ਚਮਕਦਾ ਹੈ ਤੇ ਜਿੱਥੇ ਸੂਰਜ ਦੀ ਪਿੱਠ ਪੈਂਦੀ ਹੈ ਉਧਰ ਹਨੇਰਾ ਹੋ ਜਾਂਦਾ ਹੈ। ਕਿਤੇ ਚੰਦਰਮਾ ਸਾਹਮਣੇ ਆ ਜਾਂਦਾ ਹੈ ਤਾਂ ਹਨੇਰਾ ਹੋ ਜਾਂਦਾ ਹੈ। ਕਈ ਕਾਰਨ ਨੇ ਧਰਤੀ ਤੇ ਹਨੇਰਾ ਹੋਣ ਦੇ।
ਪਰ ਸੂਰਜ ਚੜ੍ਹਦਾ ਉਤਰਦਾ ਨਹੀਂ। ਪਰ ਇੱਕ ਥਾਂ ਤੇ ਰਹਿਣ ਕਰਕੇ ਮਹਿਸੂਸ ਹੁੰਦਾ ਵੀ ਸੂਰਜ ਚੜ੍ਹ ਗਿਆ ਤੇ ਸੂਰਜ ਛਿਪ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨੇ ਆਪਣੇ ਪਿਛਲੇ ਪਾਸੇ ਵੇਖ, ਸੂਰਜ ਛਿਪ ਰਿਹਾ, ਉਹ ਹੇਠਾਂ ਨਜ਼ਰ ਆਉਂਦਾ ਏ। ਗੌਰ ਕਿਤੇ ਦੂਰ ਹੈ ਧਰਾ ਤੇ, ਉੱਚੇ ਸੂਰਜ ਚੰਦ ਪੁਨ ਉਡੰਗਨ ਕੀ ਬਾਰਤਾ, ਕਹੀਏ ਸਭੈ ਮਕੰਦ। ਪਰ ਪਾਤਸ਼ਾਹ ਕਿਰਪਾ ਕਰਕੇ ਦੱਸੋ ਵੀ ਸੂਰਜ ਧਰਤੀ ਤੋਂ ਕਿੰਨੀ ਕੁ ਦੂਰ ਹੈ? ਲੱਗਦਾ ਤੇ ਹੇਠਾਂ। ਭਾਈ ਮਰਦਾਨਾ ਜੀ ਨੇ ਉਸ ਵੇਲੇ ਸਵਾਲ ਕੀਤੇ ਜਦੋਂ ਕੋਈ ਵਿਗਿਆਨ ਦਾ ਪੈਰਾਮੀਟਰ ਨਹੀਂ ਸੀ। ਅੱਜ ਤੇ ਅਸੀਂ ਚੰਦਰਮਾ ਵੀ ਨਾਪੀ ਫਿਰਦੇ ਹਾਂ। ਹੁਣ ਸੂਰਜ ਦੀ ਦੂਰੀ ਵੀ ਅੱਜ ਦੀ ਸਾਇੰਸ ਅੰਦਾਜ਼ਨ ਕਰਦੀ ਹੈ 10 ਕਰੋੜ ਕਿਲੋਮੀਟਰ ਪ੍ਰਕਾਸ਼ ਦੇ ਹਿਸਾਬ, ਪਰ ਉੱਥੇ ਤੱਕ ਤੇ ਗਿਆ ਨਹੀਂ ਕੋਈ। ਚਲੋ ਚੰਦਰਮਾ ਤੇ ਸਾਰੇ ਗਏ ਆ, ਤੇ ਚੰਦਰਮਾ ਅੱਜ ਸਾਡੀ ਗਿਣਤੀ 'ਚ ਹੈ 3,84,415 ਕਿਲੋਮੀਟਰ ਧਰਤੀ ਤੋਂ ਚੰਦਰਮਾ ਸਾਡੇ ਧਰੁਵ ਤੋਂ ਕੋਈ ਬਹੁਤਾ ਦੂਰ ਨਹੀਂ ਹੈ। 4 ਲੱਖ ਕਿਲੋਮੀਟਰ ਕੀ ਚੀਜ਼ ਹੈ? ਗੁਰੂ ਸਾਹਿਬ ਨੂੰ ਭਾਈ ਮਰਦਾਨਾ ਪੁੱਛਦਾ, ਬਾਬਾ ਤਾਰੇ ਕਿੰਨੀ ਦੂਰ ਨੇ, ਸੂਰਜ ਕਿੰਨੀ ਦੂਰ ਹੈ? ਪਰ ਬਾਣੀ ਨੇ ਸਪਸ਼ਟ ਲਿਖ ਦਿੱਤਾ ਏ, ਕੋਹ ਕਰੋੜੀ ਚੱਲ ਪ੍ਰਣਾਇਆ। ਕਰੋੜਾਂ ਕੋ ਸੂਰਜ ਸਾਥੋਂ ਦੂਰ ਹੈ, ਉਹਦੀ ਮਿਹਨਤੀ ਕੌਣ ਕਰੂਗਾ? ਉੱਥੇ ਕਿਹੜੀ ਧਾਤ ਜਾ ਸਕਦੀ? ਕੋਈ ਵੀ ਨਹੀਂ। ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਵੀ ਕਦੇ ਵਿਗਿਆਨ ਸੂਰਜ ਤੱਕ ਨਾ ਪਹੁੰਚੇ, ਹੋ ਸਕਦਾ। ਬਾਕੀ ਜਿੰਨੇ ਗ੍ਰਹਿ ਨੇ, ਕੋਈ ਪ੍ਰਕਾਸ਼ ਭਰਾ ਦੂਰ ਹੈ, ਕੋਈ ਕਿਤੇ ਹੈ, ਕੋਈ ਕਿਤੇ ਹੈ, ਪਹੁੰਚ ਸਕਦੇ ਆ ਕਦੇ ਨਾ ਕਦੇ, ਕਿਉਂਕਿ ਮੰਗਲ ਤੇ ਜਾਏ, ਚੰਦਰਮਾ ਤੇ ਜਾਏ। ਬੜੇ ਐਸੇ ਗ੍ਰਹਿ ਨੇ ਜਿਨ੍ਹਾਂ ਤੇ ਤੁਰੇ ਫਿਰਦੇ ਆ, ਕੋਈ ਬ੍ਰਹਸਪਤੀ ਤੇ, ਕੋਈ ਕਿਤੇ, ਕੋਈ ਕਿਤੇ। ਪਰ ਸੂਰਜ ਤੇ ਪਿਓ ਹੀ ਇਹੋ ਜਿਹਾ ਵੀ ਜਿਹੜਾ ਸਾੜ ਦਿੰਦਾ, ਨੇੜੇ ਆਉਣ ਨਹੀਂ ਦਿੰਦਾ, ਕਿਸੇ ਨੂੰ ਨਹੀਂ ਆਉਣਾ। ਪਰ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਕਰੋੜਾਂ ਕੋਹ ਹੈ ਪਰ ਨੇੜੇ ਨਹੀਂ ਹੈ। ਮਰਦਾਨਿਆਂ ਆਪਾਂ ਇਸ ਵੇਲੇ ਆਕਾਸ਼ ਵਿੱਚ ਹਾਂ, ਕਿਉਂਕਿ ਜਿੰਨੇ ਪਰਬਤ ਨੇ ਆਕਾਸ਼ ਤੱਕ ਛੂਹਦੇ ਆ। ਬੱਦਲ ਹੇਠਾਂ ਨਜ਼ਰੇ ਆਉਂਦੇ ਨੇ। ਸਵਈਆ ਜੋਜਨ ਲੱਖ ਲਖੋਰ ਮੈਂ, ਧਰ ਉੱਚੋ ਇਤ ਰਵ ਕੋ ਰਥ ਜਾਈ। ਭਾਈ ਸੂਰਜ ਧਰਤੀ ਤੋਂ ਲੱਖਾਂ ਕੋ ਦੂਰ ਹੈ, ਲੱਖਾਂ ਕਰੋੜਾਂ ਕੋ ਨੇੜੇ ਨਹੀਂ ਹੈ। ਤੁਸੀਂ ਇਹ ਸੋਚੋ ਵੀ ਉਹ ਪਰਮਾਤਮਾ ਨੇ ਸੂਰਜ ਸਾਜਿਆ, ਉਹਨੂੰ ਪ੍ਰਕਾਸ਼ ਦਿੱਤਾ ਹੈ। ਸਾਨੂੰ ਇਸ ਧਰਤੀ ਤੇ ਰਹਿ ਕੇ ਵੀ ਏਸੀ ਲਾ ਕੇ ਸੌਣਾ ਪੈਂਦਾ। ਇੱਕ ਲੈਂਟਰ, ਇੱਕ ਪੱਥਰ ਧਰਤੀ ਦਾ ਕਿੱਦਾਂ ਤਪਦਾ ਹੈ। ਜੂਨ ਦੇ ਮਹੀਨੇ ਭਾਵੇਂ ਲੈਂਟਰ ਤੇ ਰੋਟੀ ਪਕਾ ਲਓ, ਇੰਨਾ ਤਪਿਆ ਹੁੰਦਾ। ਤੁਸੀਂ ਛੱਤ ਥੱਲੇ ਨਹੀਂ ਸੌਂ ਸਕਦੇ। ਤੁਸੀਂ ਇਹ ਵੇਖੋ ਵੀ ਜਿਸ ਪਰਮਾਤਮਾ ਨੇ ਉਹਨੂੰ ਬਣਾਇਆ, ਜਿਹਨੇ ਉਹਨੂੰ ਪ੍ਰਕਾਸ਼ ਦਿੱਤਾ, ਉਹ ਕਿੱਡਾ ਡਾਢਾ ਹੋਊਗਾ। ਇੱਕ ਸੂਰਜ ਜਿਹਦਾ ਪ੍ਰਕਾਸ਼, ਜਿਹਦੀ ਲੋ ਮਨੁੱਖ ਨਹੀਂ ਝੱਲ ਸਕਦਾ, ਤੇ ਮਨੁੱਖ ਉਹਦਾ ਅੰਤ ਕੀ ਮਾਲੂਮ ਭਾਈ? ਕੁਦਰਤ ਦਾ। ਬੇਵਕੂਫੀ ਹੈ ਜੇ ਕੋਈ ਆਖੇ ਵੀ ਅਸੀਂ ਕੁਦਰਤ ਦਾ ਅੰਤਰ ਪਾ ਸਕਦੇ ਹਾਂ। ਉਹਦਾ ਪ੍ਰਕਾਸ਼ ਕਿੰਨਾ ਹੈ, ਉਹਦਾ ਚਾਨਣਾ ਕਿੰਨਾ ਹੈ, ਜੀ ਤੋਂ ਸਾਰੀ ਸ੍ਰਿਸ਼ਟੀ ਪ੍ਰਕਾਸ਼ ਚਾਨਣ ਲੈ ਲਈ ਹੈ। ਗੁਰੂ ਸਾਹਿਬ ਕਹਿੰਦੇ ਭਾਈ ਉਹ ਲੱਖਾਂ ਕਰੋੜਾਂ ਜੋਜਨ ਦੂਰ ਹੈ, ਨੇੜੇ ਨਹੀਂ ਹੈ, ਉਹਦੇ ਤੱਕ ਪਹੁੰਚ ਨਹੀਂ ਕਿਸੇ। ਹੁਣ ਜ਼ਿਆਦਾਤਰ ਸਾਇੰਸ ਨੇ ਇੰਨਾ ਹੀ ਕਹਿਤਾ ਵੀ ਉਹ ਇੱਕ ਅੱਗ ਦਾ ਗੋਲਾ ਹੈ, ਉਹਦੇ ਤੇ ਹਰ ਪਲ ਸੂਰਜ ਉੱਤੇ ਲੱਖਾਂ ਵਿਸਫੋਟ ਹੁੰਦੇ ਆ, ਲੱਖਾਂ ਧਮਾਕੇ। ਕੋਈ ਨਿਊਕਲੀਅਰ ਪਾਵਰ ਦੀ ਗੱਲ ਕਰਦਾ, ਕੋਈ ਕਿਸੇ ਦੀ ਗੱਲ ਕਰਦਾ। ਪਰ ਇੱਥੇ ਚਲੋ ਦੰਦ ਕਥਾਵਾਂ ਨੇ ਵਿਗਿਆਨ ਦੀਆਂ ਵੀ, ਕਿਉਂਕਿ ਜਦ ਤੱਕ ਬੰਦਾ ਪਹੁੰਚਦਾ ਨਹੀਂ ਉਦੋਂ ਤੱਕ ਕੀ ਦੱਸ ਸਕਦਾ? ਐਸਟੀਮੇਟ ਹੀ ਹੈ, ਅੰਦਾਜ਼ਾ ਹੀ ਹੈ। ਗੁਰੂ ਸਾਹਿਬ ਕਹਿੰਦੇ ਮਰਦਾਨਿਆਂ ਉੱਤੇ ਬਹੁਤ ਦੂਰ ਹੈ, ਉੱਥੋਂ ਤੱਕ ਕਿਸੇ ਦੀ ਪਹੁੰਚ ਨਹੀਂ ਹੈ। ਤਿਤਨੋ ਤਿਸਤੇ ਸਸ ਊਰਦ, ਤਾਰਨ ਕੀ ਮਿਰਜਾਦ ਨ ਕਾਈ। ਭਾਈ ਜੇ ਸੂਰਜ ਦੂਰ ਆ ਤੇ ਦੂਰ ਤਾਰੇ ਬਹੁਤ ਨੇ। ਗੁਰੂ ਨਾਨਕ ਸਾਹਿਬ ਆਖਦੇ ਆ ਤਾਰੇ ਨੇੜੇ ਆ ਜੀ। ਆਹ ਜਿਹੜੇ ਤਾਰੇ ਟਿਮ ਟਿਮਾਉਂਦੇ ਆ ਨਾ, ਜਿਨ੍ਹਾਂ ਨੂੰ ਅਸੀਂ ਨੰਗੀਆਂ ਅੱਖਾਂ ਨਾਲ ਵੇਖਦੇ ਆ, ਆਸਮਾਨ ਵਿੱਚ ਹਰ ਵੇਲੇ ਨੇ। ਪਰ ਯਾਦ ਰੱਖਿਓ, ਕਦੇ ਪੜ੍ਹ ਕੇ ਵੇਖਿਓ, ਕਦੇ ਪਤਾ ਕਰਿਓ, ਸੂਰਜ ਸਾਡਾ ਕੁਝ ਵੀ ਨਹੀਂ। ਸੂਰਜ ਨਾਲੋਂ ਵੀ ਵੱਡੇ ਤਾਰੇ ਅਸਮਾਨ ਵਿੱਚ ਹਨ, ਜਿਹ 'ਚ 10-10 ਹਜ਼ਾਰ ਸੂਰਜ ਸਮਾ ਸਕਦੇ ਨੇ। ਐਡੇ ਵੱਡੇ ਤਾਰੇ, ਕਿਉਂਕਿ ਸੌਰ ਮੰਡਲ ਵਿੱਚ ਸੂਰਜ ਕੋਈ ਵੱਖਰਾ ਨਹੀਂ ਹੈ ਵੀ ਇੱਕ ਤਾਰਾ ਹੀ ਹੈ, ਇਹਨੂੰ ਤਾਰਾ ਮੰਨਦੇ ਆ, ਸਟਾਰ।
ਅਜੋਕੇ ਸਮੇਂ ਦੀ ਵਿਗਿਆਨ ਵੀ ਇੱਕ ਤਾਰਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਇਹ ਤਾਰਿਆਂ ਦਾ ਜਿਹੜਾ ਦੇਸ਼ ਹੈ ਨਾ ਬਹੁਤ ਦੂਰ ਹੈ। ਅੱਜ ਵੀ ਰਿਸਰਚਾਂ ਚੱਲਦੀਆਂ, ਤਾਰਿਆਂ ਤੱਕ ਪਹੁੰਚਣ ਵਾਸਤੇ ਪ੍ਰਕਾਸ਼ ਵਰਾ ਨੋਟ ਕੀਤਾ ਜਾਂਦਾ ਹੈ। ਪ੍ਰਕਾਸ਼ ਵਰਾ ਜਦ ਸੂਰਜ ਦੀ ਧੁੱਪ ਧਰਤੀ ਤੇ ਆਉਂਦੀ ਹੈ ਉਹ ਕਿੰਨੇ ਸੈਕਿੰਡ ਵਿੱਚ ਪਹੁੰਚਦੀ ਹੈ, ਕਿੰਨੇ ਮਿੰਟਾਂ 'ਚ ਪਹੁੰਚਦੀ ਹੈ, ਉਹਦੇ ਹਿਸਾਬ ਨਾਲ ਪ੍ਰਕਾਸ਼ ਦੀ ਗਤੀ ਤੈਅ ਕੀਤੀ ਜਾਂਦੀ ਹੈ ਵੀ 1 ਸਾਲ ਵਿੱਚ ਸੂਰਜ ਦੀ ਰੌਸ਼ਨੀ ਕਿੱਥੇ ਤੱਕ ਪਹੁੰਚ ਸਕਦੀ, ਅੰਦਾਜ਼ਨ ਉਹ ਪ੍ਰਕਾਸ਼ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਇਹ ਤਾਰੇ ਤੇ ਬਹੁਤ ਦੂਰ ਦੂਰ ਪਏ ਆ। ਅੱਜ ਵੀ ਬ੍ਰਹਿਮੰਡ ਵਿੱਚ ਅਰਬਾਂ ਖਰਬਾਂ ਸ਼ਬਦ ਥੋੜੇ ਆ, ਇਹ ਤੋਂ ਵੱਧ ਕਿਤੇ ਤਾਰੇ ਨੇ। ਕਿੰਨੀਆਂ ਗਲੈਕਸੀਆਂ ਨੇ ਜੀ, ਗਿਣਤੀ 'ਚ ਹੈ ਅਜੇ ਤੱਕ। ਸਾਡਾ ਵਿਗਿਆਨ, ਆਪਾਂ ਜਿਸ ਗਲੈਕਸੀ 'ਚ ਰਹਿ ਰਹੇ ਹਾਂ ਨਾ, ਜਿਹੜੇ ਬ੍ਰਹਿਮੰਡ 'ਚ, ਇਹਨੂੰ ਆਪਾਂ ਕਹਿੰਦੇ ਹਾਂ ਮਿਲਕੀ ਵੇ। ਅਜੇ ਸਿਰਫ ਆਪਾਂ ਇੱਕੋ ਹੀ ਲੱਭੀ ਹੈ, ਐਂਡਰੋਮੇਡਾ, ਜੋ ਸਾਡੇ ਤੋਂ ਪਤਾ ਨਹੀਂ ਕਿੰਨੇ ਕੁ ਪ੍ਰਕਾਸ਼ ਵਰੇ ਦੂਰ ਹੈ, ਜਿੱਥੋਂ ਤੱਕ ਸਾਡਾ ਕੋਈ ਯਾਨ ਵੀ ਪਹੁੰਚ ਨਹੀਂ ਸਕਦਾ। ਤੇ ਗੁਰੂ ਸਾਹਿਬ ਕਹਿੰਦੇ ਇਹੋ ਜਿਹੇ ਸੌਰ ਮੰਡਲ, ਇਹੋ ਜਿਹੀਆਂ ਗਲੈਕਸੀਆਂ ਤੇ ਪਤਾ ਨਹੀਂ ਕਿੰਨੀਆਂ ਕੁ ਨੇ। ਇੱਕ ਗਲੈਕਸੀ ਦੇ ਵਿੱਚ ਲੱਖਾਂ ਧਰਤੀਆਂ, ਲੱਖਾਂ ਤਾਰੇ, ਕਰੋੜਾਂ ਹੋ ਸਕਦੇ। ਇੱਕ ਅੰਦਾਜ਼ਨ ਆਪਾਂ ਗੱਲ ਕਰਦੇ ਆ, ਉਹਨੇ ਗਲੈਕਸੀਆਂ ਕਿੰਨੀਆਂ ਬਣਾਤੀਆਂ ਜੀ, ਬ੍ਰਹਿਮੰਡ ਕਿੰਨੇ ਬਣਾਏ ਹੋਏ ਆ। ਪੁੱਛ ਲਓ ਸਤਿਗੁਰਾਂ ਨੂੰ, ਇੱਕ ਬ੍ਰਹਿਮੰਡ ਹੈ ਜਾਂ ਦੋ ਹੈ? ਮਰਦ ਕਹਿੰਦੇ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਕੋਟ ਕਿਹਨੂੰ ਕਹਿੰਦੇ ਆ ਜੀ? ਕੋਟ ਨਾਮ ਹੈ ਕਰੋੜ ਦਾ। ਆਪਾਂ ਕਹਿੰਦੇ ਨਾ ਕੋਟ ਕੋਟ ਪ੍ਰਣਾਮ, ਕਰੋੜ ਕਰੋੜ ਮੱਥਾ ਟੇਕਦੇ ਆ। ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਪਰਮੇਸ਼ਰ ਹੈ। ਆ ਫਿਰ ਗੋਰਖਨਾਥ ਵਰਗੀਆਂ ਚਿਰੜ ਭੁੰਡੀਆਂ ਕੀ ਜੀ ਅੰਡਰ ਐਸਟੀਮੇਟ ਕਰੀ ਕਰਦੇ ਆ ਨਾ। ਤੇ ਜਦੋਂ ਆਪਾਂ ਗੁਰੂ ਸਾਹਿਬ ਦੀ ਮਹਿਮਾ ਸੁਣਦੇ ਆ, ਪਤਾ ਫੇਰ ਲੱਗਦਾ ਸਾਡਾ ਸਤਿਗੁਰੂ ਕਿੰਨਾ ਕੁ ਵੱਡਾ ਹੈ। ਗੁਰੂ ਨਾਨਕ ਪਾਤਸ਼ਾਹ ਦੇ ਮਰਦਾਨਿਆਂ ਤਾਰੇ ਬਹੁਤ ਦੂਰ ਨੇ। ਇਹਨਾਂ ਤਾਰਿਆਂ ਤੇ ਪਹੁੰਚਣ ਵਾਸਤੇ ਮਨੁੱਖ ਦੀ ਉਮਰ ਨਹੀਂ। ਕਿੰਨੀ ਕੁ ਉਮਰ ਹੈ ਮਨੁੱਖ ਦੀ? ਮਨੁੱਖ ਤੇ ਪੂਰੀ ਧਰਤੀ ਨਹੀਂ ਘੁੰਮ ਸਕਦਾ ਆਪਣੀ ਉਮਰ ਦੇ ਵਿੱਚ, ਤਾਰਿਆਂ ਤੇ ਕਿੱਥੋਂ ਚਲਿਆ ਜਾਊਗਾ ਸਾਰਿਆਂ ਤੇ, ਜਾਂ ਕਿੰਨਿਆਂ ਕੁ ਤੱਕ ਪਹੁੰਚ ਜਾਊਗਾ। ਭਾਈ ਮਰਦਾਨਾ ਕਹਿੰਦਾ ਮਰਦ ਦੇਖਣ ਨੂੰ ਤੇ ਨੇੜੇ ਲੱਗਦੇ ਆ, ਸਾਹਿਬ ਕਹਿੰਦੇ ਕਰੋੜਾਂ ਮੀਲ ਦੂਰ ਨੇ। ਇਹਨਾਂ ਤੱਕ ਪੁੱਜਣਾ ਕਿਸੇ ਦਾ ਵਸ ਨਹੀਂ। ਊਚੇ ਅਧੇ ਤਿਨ ਕੋ ਪੁਰ ਹੈ, ਸਭ ਕੇ ਸਿਰ ਉਪਰ ਧਰੂ ਸਹਾਏ। ਭਾਈ ਇਹ ਤਾਰੇ ਵੀ ਇੱਕ ਇੱਕ ਦੇਸ਼ ਹਨ। ਜਿਵੇਂ ਸਾਡੇ ਸੌਰ ਮੰਡਲ ਦੇ ਵਿੱਚ ਧਰਤੀ ਸਿਰਫ ਇੱਕ ਤਾਰਾ ਏ, ਇੱਕ ਗ੍ਰਹਿ ਹੈ। ਮੰਗਲ ਗ੍ਰਹਿ ਤੋਂ ਵੀ ਧਰਤੀ ਚਮਕਦੀ ਦਿਸਦੀ ਹੈ। ਸ਼ਨੀ ਤੇ ਚਲੇ ਜਾਓ, ਉੱਥੇ ਵੀ ਤਾਰੇ ਵਾਂਗ ਨਜ਼ਰ ਆਉਂਦੀ ਹੈ। ਜਿਵੇਂ ਤਾਰੇ ਚੜ੍ਹਦੇ ਆ ਨਾ ਆਪਾਂ ਨੂੰ ਦਿਸਦੇ ਆ, ਸਾਡੀ ਧਰਤੀ ਵੀ ਤਾਰਿਆਂ ਦੇ ਦੇਸ਼ ਵਿੱਚ ਇੱਕ ਤਾਰਾ ਹੀ ਹੈ, ਇਹ ਤੋਂ ਵੱਧ ਕੁਛ ਨਹੀਂ ਹੈ। ਅੱਖਾਂ ਸਾਹਮਣੇ ਤਾਰਾ ਕਿੰਨਾ ਕੁ ਹੈ, ਕਦੇ ਚਮਕ ਗਿਆ, ਟਿਮਕ ਗਿਆ, ਕਦੇ ਨਹੀਂ ਟਿਮਕਦਾ। ਗੁਰੂ ਸਾਹਿਬ ਕਹਿੰਦੇ ਮਰਦਾਨਿਆਂ, ਇਹਨਾਂ ਸਾਰੇ ਤਾਰਿਆਂ ਦੇ ਵਿੱਚੋਂ ਧਰੂ ਇੱਕ ਐਸਾ ਤਾਰਾ ਏ ਜੋ ਸਾਰਿਆਂ ਤੋਂ ਉੱਚਾ ਤੇ ਸਾਰਿਆਂ ਤੋਂ ਵੱਡੀ ਪੁਰੀ ਹੈ। ਜਿਵੇਂ ਧਰਤੀ ਤਾਰਾ ਹੈ, ਧਰੂ ਵੀ ਤਾਰਾ ਹੈ, ਪਰ ਧਰੂ 5 ਸਾਲ ਦੀ ਉਮਰ ਦੇ ਸੀ। ਇਸੇ ਧਰਤੀ ਤੇ ਹੋਏ ਰੁਤਬਾ ਪ੍ਰਮਾਤਮਾ ਨੇ ਏਡਾ ਵੱਡਾ ਦਿੱਤਾ ਵੀ ਜਿਸ ਪੁਰੀ ਨੂੰ ਉਹ ਗਏ, ਜਿੱਥੇ ਉਹਦਾ ਰਾਜ ਹੈ, ਉਹਨੂੰ ਕਹਿੰਦੇ ਧਰੂ ਤਾਰਾ, ਜਿਹਨੂੰ ਅੱਜ ਦੀ ਵਿਗਿਆਨ ਪੂਛਲ ਤਾਰਾ ਕਹਿੰਦੀ। ਪੁਰਾਣੇ ਬਜ਼ੁਰਗ ਕਹਿੰਦੇ ਸੀ ਉਹ ਪੂਛ ਵਾਲਾ ਤਾਰਾ ਕਦੇ ਕਦੇ ਨਜ਼ਰ ਆਉਂਦਾ, ਉਹ ਸੀ ਧਰੂ। ਧਰਤੀ ਦੇ ਧਰੁਵ ਦੇ ਨੇੜੇ ਉਹ ਕਦੇ ਕਦੇ ਆਉਂਦਾ ਹੈ, ਜ਼ਿਆਦਾਤਰ ਦੂਰੋਂ ਦਿਸਦਾ ਏ। ਭਾਰਤ ਪੰਜ ਹੀ ਸੰਮਤ ਕੋ, ਹੱਥ ਕੀਨ ਵੱਡੋ ਜਿਨ ਕਾਲ ਕਮਾਈ। ਭਾਈ ਮਰਦਾਨਾ ਪੁੱਛਦੇ ਬਾਬਾ ਧਰੂ ਕੌਣ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਰਮੇਸ਼ਵਰ ਦਾ ਪਿਆਰਾ ਭਗਤ 5 ਸਾਲ ਦੀ ਉਮਰ। ਭਗਤੀ ਦੀ ਉਮਰ ਹੁੰਦੀ ਕੋਈ? ਸਾਡੇ ਤੇ 15-15 ਸਾਲ ਦੇ ਜਵਾਕ ਨੇ ਨੱਕ ਸਾਫ਼ ਨਹੀਂ ਕਰਨਾ ਆਉਂਦਾ ਅਜੇ ਤੱਕ, 5 ਪੌੜੀਆਂ ਨਹੀਂ ਆਉਂਦੀਆਂ। ਤੇ ਧਰੂ ਨੇ 5 ਸਾਲ ਦੀ ਉਮਰ ਵਿੱਚ ਰੱਬ ਨੂੰ ਪ੍ਰਸੰਨ ਕਰ ਲਿਆ। 5 ਸਾਲਾਂ ਦਾ ਸੀ ਜਦੋਂ ਭਗਤੀ 'ਚ ਬਹਿ ਗਏ। ਤੇ ਫਿਰ ਰਾਜ ਕਿੱਡਾ ਵੱਡਾ ਪਰਮੇਸ਼ਵਰ ਨੇ ਦਿੱਤਾ ਹੈ। ਅਟਲ ਰਾਜ ਧਰੂ ਜਿਸ ਕੇਰਾ, ਬਾਣੀ ਦਾ ਵਚਨ ਹੈ। ਹਾਂ ਜੇ ਇੱਧਰ ਉੱਧਰ ਦੀ ਗੱਲ ਹੁੰਦੀ ਫਿਰ ਮੰਨਿਆ ਜਾਂਦਾ ਮਿਥਿਹਾਸ ਹੈ ਜੀ, ਝੂਠੀ ਮਨ ਘੜਤ ਕਹਾਣੀ ਹੈ। ਪਰ ਜੋ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ ਝੂਠ ਕਿਦਾਂ ਮਾਰੀ। ਮਰਦ ਕਹਿੰਦੇ ਅਟਲ ਰਾਜ ਹੈ, 36,000 ਵਰੇ ਦਾ ਰਾਜ ਸੀ ਨਾ, ਪਰ ਗੁਰੂ ਸਾਹਿਬ ਕਹਿੰਦੇ ਸਦਾ ਹੀ ਰਹਿਣਾ ਦੇਣਾ। ਜਿਵੇਂ ਆਪਣੀ ਧਰਤੀ ਆਪਣਾ ਦੇਸ਼ ਹੈ, ਧਰੂ ਦਾ ਏਦਾਂ ਦਾ ਦੇਸ਼, ਇਹ ਤੋਂ ਵੀ ਚੰਗਾ ਹੈ। ਉੱਥੇ ਭਗਤੀ ਵਾਲੇ
ਨਾਮ ਜਪਣ ਵਾਲੇ ਨੇ। ਬੰਦਗੀ ਵਾਲੀਆਂ ਰੂਹਾਂ ਕਿੱਥੇ ਜਾਂਦੀਆਂ ਨੇ? ਆਪਾਂ ਕਹਿੰਦੇ ਸੱਚਖੰਡ ਜਾਂਦੇ ਆ। ਸੱਚਖੰਡ ਕੈਸਾ? ਧਰੂ ਦੀ ਪੂਰੀ ਸੱਚਖੰਡ ਹੈ। ਜਿਹਨੇ ਨਾਮ ਜਪਿਆ, ਜਿਸ ਤਰੀਕੇ ਨਾਲ ਜਪਿਆ, ਉਹ ਧਰੂ ਦੇ ਦੇਸ਼ ਜਾਂਦੇ ਆ। ਉੱਥੇ ਜਾ ਕੇ ਜੰਮਣਾ ਮਰਨਾ ਵਿਸਰ ਜਾਂਦਾ ਹੈ। ਸੱਚਖੰਡ ਦਾ ਰੂਪ ਹੈ ਅੜਿਲ ਸੁਨ ਮਰਦਾਨਾ ਕਹੈ ਪ੍ਰਭੂ ਇਕ ਵੀਰ ਜੀ ਦਰਸ਼ਨ ਕੀਜੈ ਤਾਹੇ ਜੋ ਸਿਖਰ ਸਮੇਰ ਜੀ। ਭਾਈ ਮਰਦਾਨਾ ਕਹਿੰਦਾ ਬਾਬਾ ਇੱਕ ਕਿਰਪਾ ਹੀ ਕਰ ਦਿਓ ਫਿਰ। ਕਹਿੰਦੇ ਦੱਸ। ਕਹਿੰਦਾ ਆਪਾਂ ਸਮੇਰ ਦੀ ਸਿਖਰ ਤੇ ਬੈਠੇ ਆ, ਧਰੂ ਤਾਰਾ ਇੱਥੋਂ ਬਿਲਕੁਲ ਸਿੱਧਾ ਦਿਸਦਾ ਹੈ। ਹਿਮਾਲਿਆ ਪਰਬਤ ਦੇ ਵਿੱਚ ਸਮੇਰ ਤੇ ਕੈਲਾਸ਼ ਐਸੇ ਧਰੁਵ ਨੇ ਜਿਨ੍ਹਾਂ ਤੋਂ ਧਰੂ ਤਾਰਾ ਨੇੜੇ ਨਜ਼ਰ ਆਉਂਦਾ ਹੈ। ਮੈਂ ਪਿੱਛੇ ਜੇ ਵੀ ਬੇਨਤੀ ਕੀਤੀ ਸੀ ਵੀ ਪੂਰੀ ਦੁਨੀਆ ਦੇ ਵਿੱਚ ਨਾ ਜਿਹੜੇ ਹਿਮਾਲਿਆ ਦੀ ਸ਼੍ਰਿੰਖਲਾ ਹੈ, ਦੇਖੋ ਪਹਾੜ ਘੱਟ ਨੇ, ਰਸ਼ੀਆ ਭਰਿਆ ਪਿਆ ਪਰਬਤਾਂ ਦੇ ਨਾਲ। ਯੂਰਪ 'ਚ ਪਹਾੜ ਥੋੜੇ ਆ, ਹੋਰ ਕਈ ਕੰਟਰੀਆਂ ਨੇ, ਕੈਨੇਡਾ ਵਾਲੇ ਪਾਸੇ ਚਲੇ ਜਾਓ ਪਹਾੜ ਹੀ ਪਹਾੜ ਨੇ। ਪਰ ਕਿਸੇ ਵੀ ਕੰਟਰੀ ਦੇ ਵਿੱਚ, ਕਿਸੇ ਵੀ ਦੇਸ਼ ਦੇ ਪਹਾੜਾਂ ਦੀ ਸ਼੍ਰਿੰਖਲਾ ਨੂੰ ਧਰੂਵ ਨਹੀਂ ਕਿਹਾ ਜਾਂਦਾ। ਧਰੁਵ ਕੀ ਹੈ? ਧਰਤੀ ਦਾ ਸੈਂਟਰਲ ਏਰੀਆ। ਉਹ ਕਿਹਨੂੰ ਮੰਨਿਆ ਜਾਂਦਾ ਹੈ? ਅੱਜ ਵੀ ਪਤਾ ਕਰ ਲਓ, ਉਹ ਹਿਮਾਲਿਆ ਨੂੰ ਮੰਨਿਆ ਜਾਂਦਾ ਹੈ। ਧਰਤੀ ਦਾ ਕੇਂਦਰ ਬਿੰਦੂ ਆ ਹਿਮਾਲਿਆ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਦੱਸ। ਕਹਿੰਦੇ ਬਾਬਾ ਆਪਾਂ ਧਰੁਵ ਦੇ ਕੋਲ ਤੇ ਆਏ ਆ, ਕਿਰਪਾ ਕਰਕੇ ਧਰੂ ਤਾਰੇ ਤੇ ਲੈ ਜਾਓ। ਆਖੋ ਸਤਿਨਾਮ। ਤੁਸੀਂ ਤੇ ਲਿਜਾ ਸਕਦੇ ਹੋ। ਮੁਸਕਰਾ ਪੇ ਮਤ। ਧੰਨ ਹੈ ਭਾਈ ਮਰਦਾਨਾ ਜਿਹੜਾ ਆਪ ਦਰਸ਼ਨ ਕਰਦਾ ਤੇ ਸਾਨੂੰ ਸੰਗਤ ਵਿੱਚ ਬਹਿ ਕੇ ਦਰਸ਼ਨ ਕਰਾ ਦਿੰਦਾ ਹੈ। ਕਿੱਡੇ ਵੱਡੇ ਭਾਗ ਨੇ ਸਾਡੇ। ਅਸੀਂ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਦੇ ਹਾਂ, ਕੋਈ ਜਣਾ ਖਣਾ ਥੋੜੀ ਸੁਣ ਸਕਦਾ ਹੈ। ਦੁਨੀਆ ਤੁਰੀ ਫਿਰਦੀ ਹੈ, ਕਿਹਦੇ ਕੋਲ ਟਾਈਮ ਹੈ ਜੀ? ਹੈ ਕਿਸੇ ਕੋਲੇ? ਜਿਹਨੂੰ ਗੁਰੂ ਨਾਨਕ ਆਪ ਬੁਲਾਉਂਦੇ ਆ ਉਹ ਹੀ ਸੁਣ ਸਕਦਾ ਹੈ। ਕਥਾ ਸੁਣਨ ਵਾਲੇ ਤੇ ਭਾਵੇਂ 4 ਹੋਣ, 4 ਲੱਖ ਵਰਗੇ ਆ, ਭੀੜਾਂ ਤੋਂ ਕੀ ਲੈਣਾ ਜਿੱਥੇ ਗੱਲਾਂ ਬਾਤਾਂ ਹੁੰਦੀਆਂ ਹੋਣ। ਭਾਵੇਂ 4 ਹੋਣ ਪਰ ਸੁਣ ਕੇ ਆਨੰਦ ਲੈਣ ਵਾਲੇ ਹੋਣ। ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਜ਼ਿੰਦਗੀ 'ਚ ਕੋਈ ਇਕੱਠ ਥੋੜਾ ਕੀਤੇ ਸੀ। 2 ਹੀ ਸਾਥੀ ਸੀ, ਇੱਕ ਬਾਲਾ ਇੱਕ ਮਰਦਾਨਾ, ਦੋਨੇ ਸਤ ਸੰਗ ਵਾਲੇ ਆ। ਕਹਿੰਦੇ ਬਾਬਾ ਜੀ ਤੁਸੀਂ ਕਿਰਪਾ ਕਰ ਦਿਓ ਤੇ ਧਰੂ ਦੇ ਦੇਸ਼ ਨਾ ਚੱਲੀਏ, ਮਲਾਈ ਲਿਆਓ ਸਾਨੂੰ ਧਰੂ ਜੀ ਨਾਲ। ਜਦੋਂ ਨਾ ਬਚਪਨ ਵਿੱਚ ਧਰੂ ਤੇ ਪ੍ਰਹਿਲਾਦ ਦੀ ਕਥਾ ਸੁਣਦੇ ਸੀ, ਬੜਾ ਮਨ ਅਚੰਭਤ ਹੁੰਦਾ ਸੀ। ਕਾਸ਼ ਉਹ ਦੁਨੀਆ ਕਿਹੜੀ ਹੈ, ਉਹ ਤਾਰਾ ਕਿਹੜਾ ਹੈ ਜਿੱਥੇ ਧਰੂ ਦੀ ਦੁਨੀਆ ਵਸਦੀ ਹੈ। ਸੱਚੀ ਜਦੋਂ ਗੁਰੂ ਨਾਨਕ ਸਾਹਿਬ ਦੀ ਕਥਾ ਪੜ੍ਹੀ ਨਾ, ਫੇਰ ਪਤਾ ਲੱਗਿਆ ਵੀ ਇਹ ਤੇ ਬਿਸਮਾਦ ਨਗਰੀ ਆ, ਇੱਥੇ ਮੇਰੇ ਵਰਗਾ ਨਹੀਂ ਜਾ ਸਕਦਾ। ਜਿਸ ਦੀ ਕਥਾ ਨੂੰ ਸੁਣ ਕੇ ਇੰਨਾ ਰਸ, ਇੰਨਾ ਆਨੰਦ ਆਉਂਦਾ ਹੈ, ਤੁਸੀਂ ਇਹ ਦੱਸੋ ਵੀ ਜਿਹੜਾ ਉੱਥੇ ਚਲੇ ਗਿਆ ਮੁੜ ਕੇ ਆ ਸਕਦਾ ਹੈ? ਦੱਸ ਸਕਦਾ ਆਨੰਦ ਕਿੰਨਾ ਹੈ? ਕਹਿੰਦੇ ਕੋਈ ਸ਼ੋਭਾ ਨਹੀਂ। ਭਾਈ ਮਰਦਾਨੇ ਨੇ ਜਿੱਦ ਕੀਤੀ, ਹੱਠ ਕੀਤਾ, ਬਾਬਾ ਜੀ ਆਪਾਂ ਸਮੇਰ ਪਰਬਤ ਤੇ ਆਏ ਹੋਏ ਆ, ਕਿਰਪਾ ਕਰੋ ਧਰੂ ਦੀ ਪੂਰੀ ਲੈ ਚੱਲੋ। ਬਾਲਿਕ ਬੈਸ ਵਿਸਾਲ ਤਪਿਓ ਤਪ ਕਠਨ ਜੇ ਹੋ ਅਬ ਚਲ ਪਦਵੀ ਪਾਏ ਬਸਿਓ ਸੁਖ ਥਾਨ ਮੇ। ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਆ, ਕਹਿੰਦੇ ਬਾਬਾ ਜੀ ਹਿੰਟ ਮਾਤਰ ਸਾਨੂੰ ਦੱਸ ਦਿਓ ਜੀ, ਤਪ ਕਿਵੇਂ ਕੀਤਾ ਸੀ ਧਰੂ ਭਗਤ ਨੇ? ਬਾਣੀ ਆਪ ਲਿਖਦੀ ਹੈ, ਨਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਐਦਾਂ ਜਪਣਾ ਨਾ। ਹੁਣ ਤੁਸੀਂ ਆਪ ਵੇਖ ਲਓ ਵੀ ਨਾਮ ਜਪਣ ਦਾ ਤਰੀਕਾ ਕਿਹੜਾ ਹੋ ਸਕਦਾ ਹੈ। ਸਾਡੇ ਤੇ ਬੜੇ ਤਰੀਕੇ ਆ, ਪਰ ਅਸਲ ਤਰੀਕਾ ਕਿਹੜਾ ਹੈ? ਗੁਰੂ ਸਾਹਿਬ ਨੇ ਉਹ ਵੀ ਦੱਸ। ਕਹਿੰਦੇ ਜਿਵੇਂ ਧਰੂ ਜਪ ਗਿਆ, ਪ੍ਰਹਿਲਾਦ ਜਪ ਗਿਆ, ਫਿਰਦਾ ਸੀ ਨਾ ਰੱਬ ਭਜਿਆ। ਧਰੂ ਦੇ ਪਿਤਾ ਦਾ ਨਾਂ ਕੀ ਸੀ? ਰਾਜਾ ਉਤਾਨਪਾਦ। 2 ਪੁੱਤਰ ਸਨ। ਪਰ ਧਰੂ ਨੂੰ ਇਹ ਲੱਗਦਾ ਸੀ ਵੀ ਮੇਰੇ ਪਿਤਾ ਨੇ ਮੈਨੂੰ ਰਾਜ ਨਹੀਂ ਦੇਣਾ, ਕਿਉਂਕਿ ਮਾਂ ਗੋਲੀ ਹੈ, ਉਹਦੇ ਪੇਟੋਂ ਜਨਮ ਹੋਇਆ, ਅਧਿਕਾਰ ਹੀ ਨਹੀਂ ਰੱਖਦਾ ਰਾਜ ਭਾਗ ਦਾ। ਪਰ ਸੁਣਦਾ ਸੀ ਆਪਣੀ ਮਾਂ ਕੋਲੋਂ। ਮਾਂ ਕਹਿੰਦੀ ਸੀ, ਪੁੱਤ ਕੋਈ ਗੱਲ ਨਹੀਂ, ਜੇ ਤੂੰ ਗੋਲੀ ਦੇ ਪੇਟੋਂ ਜੰਮਿਆ, ਤੈਨੂੰ ਰਾਜ ਨਹੀਂ ਮਿਲਦਾ, ਤੂੰ ਰੱਬ ਰੱਬ ਕਰਿਆ ਕਰ, ਪੁੱਤ ਜੋ ਮੰਗੋ ਮਿਲ ਜਾਂਦਾ ਹੈ। ਤੇ ਰੋਂਦਾ ਸੀ ਕੱਲਾ ਬਹਿ ਕੇ, ਰੱਬਾ ਮੇਰਿਆ, ਮਾਂ ਮੇਰੀ ਨੂੰ ਇੰਨੇ ਦੁੱਖ ਮਿਲੇ ਤੇ ਉਹਦਾ ਪੁੱਤ ਵੀ ਰੁਲਦਾ ਫਿਰਦਾ। ਤੇਰੇ ਘਰ ਜੇ ਇਨਸਾਫ ਆ ਨਾ, ਮੈਂ ਸੁਣਿਆ ਤੇਰੇ ਤੋਂ ਜੋ ਮੰਗਿਆ ਜਾਂਦਾ ਏ ਉਹ ਮਿਲਦਾ ਏ। ਰਾਤ ਨੂੰ ਆਪਣੀ ਮਾਂ ਦੇ ਪੈਰੀ ਮੱਥਾ ਟੇਕ ਜੰਗਲਾਂ 'ਚ ਜਾ ਬੈਠਾ।
ਉਹਨਾਂ ਸਮਿਆਂ 'ਚ ਜੰਗਲਾਂ 'ਚ ਕੀ ਕੁਝ ਨਹੀਂ ਸੀ ਹੁੰਦਾ। ਜੰਗਲੀ ਜਾਨਵਰ 5 ਸਾਲਾਂ ਦਾ ਬੱਚਾ, ਭੁੱਖ ਵੀ ਲੱਗਦੀ ਹੈ, ਪਿਆਸ ਵੀ ਲੱਗਦੀ ਹੈ, ਮਾਂ ਨੂੰ ਨਹੀਂ ਪਤਾ ਮੇਰਾ ਪੁੱਤ ਕਿੱਥੇ ਹੈ। ਜਾ ਕੇ ਬਹਿ ਗਿਆ ਬੰਦਗੀ ਕਰਨ ਵਾਸਤੇ। ਜਦੋਂ ਭਗਤੀ ਹੋਣੀ ਸ਼ੁਰੂ ਹੋਈ ਨਾ ਜੀ, ਕਿਉਂਕਿ ਅੰਦਰ ਕੋਈ ਵਿਕਾਰ ਹੀ ਨਹੀਂ ਸੀ, ਸਿਰਫ ਇੱਕ ਤਾਨਾ ਸੀ, ਇੱਕ ਮਿਹਣਾ ਸੀ ਵੀ ਇਹ ਰਾਜਾ ਨਹੀਂ ਬਣ ਸਕਦਾ। ਬੱਚਾ ਸੀ ਨਾ, ਪਾਪ ਤੇ ਹੈ ਨਹੀਂ ਕੋਈ ਅੰਦਰ। ਰਾਜ ਦੀ ਇੱਛਾ ਰੱਖ ਕੇ ਭਗਤੀ ਕਰਦਾ ਕਰਦਾ ਇੰਨਾ ਪ੍ਰੇਮ ਬਣ ਗਿਆ। ਇੱਕ ਦਿਨ ਨਾਰਦ ਮੁਨੀ ਆ ਗਏ। ਕਿਉਂ ਆਏ? ਜਦੋਂ ਦੇਵੀ ਦੇਵਤੇ ਘਬਰਾ ਗਏ ਨਾ ਵੀ ਧਰਤੀ ਹੁੱਲਣ ਲੱਗ ਗਈ, ਕੋਈ ਬੰਦਗੀ ਕਰਦਾ, ਕੋਈ ਨਾਮ ਜਪਦਾ, ਡੋਲਣ ਲੱਗ ਪਈ। ਪਰਮਾਤਮਾ ਨੇ ਭੇਜਿਆ, ਜਾਓ ਪੁੱਛ ਕੇ ਆਓ, ਕਿਉਂਕਿ ਜੋ ਸੁਣਾ ਰਹੇ ਨੇ ਗੁਰੂ ਸਾਹਿਬ ਸੰਖੇਪ ਵਿੱਚ। ਨਾਰਦ ਮੁਨੀ ਆ ਕੇ ਪ੍ਰਗਟ ਹੋਏ, ਧਰੂ ਨੂੰ ਜਗਾਇਆ, ਬੰਦਗੀ 'ਚ ਬੈਠੇ। ਕਹਿੰਦੇ ਪੁੱਤਰ ਮੈਨੂੰ ਰੱਬ ਨੇ ਭੇਜਿਆ, ਦੱਸ ਤੈਨੂੰ ਕੀ ਚਾਹੀਦਾ? ਕਹਿੰਦਾ ਕੁਛ ਨਹੀਂ। ਕਹਿੰਦਾ ਨਹੀਂ, ਤੂੰ ਰਾਜ ਦੀ ਇੱਛਾ ਵਾਸਤੇ ਬੈਠਾ ਸੀ। ਕਹਿੰਦਾ ਮੈਂ ਰਾਜ ਕਰਕੇ ਆਇਆ ਸੀ, ਪਰ ਉਸ ਸੱਜਣ ਪਿਆਰੇ ਦੀ ਦਿਲ ਲਗੀ 'ਚ ਬੈਠਾ ਐਸਾ ਰਾਜ ਦੀ ਚਾਹਤੀ ਕੋਈ ਨਹੀਂ। ਆਖੋ ਸਤਨਾਮ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਜਨਮ ਕੋ ਬੁਲਾਰੇ। ਕਹਿੰਦਾ ਮੈਨੂੰ ਮੁਕਤੀ ਵੀ ਨਹੀਂ ਚਾਹੀਦੀ। ਨਾਰਦ ਮੁਨੀ ਕਹਿੰਦਾ ਮੁਕਤ ਕਰ ਦਿੰਦੇ ਆ। ਕਹਿੰਦਾ ਨਾ, ਜਿਹਨੇ ਤੈਨੂੰ ਭੇਜਿਆ ਉਹਨੂੰ ਭੇਜ, ਉਹਨੂੰ ਭੇਜ ਦੇ। ਕੱਢੀ ਬੇਪਰਵਾਹੀ ਹੋ। ਦੇਖੋ, ਰਾਜ ਦੀ ਚਾਹਤ ਇੱਕ ਬਹਾਨਾ ਸੀ। ਤੁਸੀਂ ਗੁਰਦੁਆਰੇ ਆਉਨੇ, ਗੁਰੂ ਘਰ ਆਉਨੇ ਹੋ, ਚਲੋ ਜੇ ਕੋਈ ਇੱਛਾ ਰੱਖ ਕੇ ਵੀ ਆਉਨੇ ਚੰਗੀ ਗੱਲ ਹੈ, ਕਿਸੇ ਬਹਾਨੇ ਤੇ ਆ ਰਹੇ ਹੋ। ਇੱਕ ਦਿਨ ਉਸ ਇੱਛਾ ਤੋਂ ਵੱਡਾ ਗੁਰੂ ਨੇ ਬਖਸ਼ ਦੇਣਾ। ਤੁਸੀਂ ਕਹਿਣਾ ਮੈਂ ਇਸ ਲਾਲਚ ਨੂੰ ਗਿਆ ਸੀ, ਬਾਬਾ ਜੀ ਨੇ ਕਿਰਪਾ ਕਰਦੀ। ਆਇਆ ਤੇ ਲਾਲਚ ਨੂੰ ਸੀ ਨਾ, ਨਿਰਲਾਲਚ ਹੋ ਗਿਆ, ਨਿਰਸਵਾਰਥ ਹੋ ਗਿਆ। ਫਿਰ ਐਸਾ ਰਾਜ ਮਿਲਿਆ ਜਿਹਨੂੰ ਕਹਿੰਦੇ ਨਿਹਚਲ ਰਾਜ ਸਦਾ ਤਿਸ ਕੇਰਾ, ਨਾ ਆਵੇ ਨਾ ਜਾਏ। ਜਦ ਤੱਕ ਚੰਦ ਸੂਰਜ ਤਾਰੇ ਰਹਿਣਗੇ ਉਦੋਂ ਤੱਕ ਧਰੂ ਜੀ ਦਾ ਨਾਮ ਤੇ ਰਾਜ ਰਹੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਹਦਾ ਜ਼ਿਕਰ ਗੁਰੂ ਨਾਨਕ ਪਾਤਸ਼ਾਹ ਕਰਦੇ ਹੋਣ ਜੀ, ਆਪ ਰੱਬ ਹੋ ਕੇ, ਉਹ ਖੁਦਾਈ ਛੋਟੀ ਹੈ। ਕਦੇ ਜ਼ਿੰਦਗੀ ਦੇ ਵਿੱਚ ਨਾਮ ਜਪਣਾ ਨਾ, ਧਰੂ ਜੀ ਨੂੰ ਚੇਤੇ ਕਰਿਆ ਕਰੋ, ਪ੍ਰਹਿਲਾਦ ਜੀ ਨੂੰ ਚੇਤੇ ਕਰਿਆ ਕਰੋ। ਅਸੀਂ ਪਤਾ ਕਿੰਨਾ ਪਿੱਛੇ ਤੁਰੇ ਫਿਰਦੇ ਹਾਂ, ਜਿਨ੍ਹਾਂ ਨੂੰ ਕੋਈ ਬੱਕਰੀ ਵੀ ਨਹੀਂ ਪੁੱਛਦੀ। ਅਸੀਂ ਉਹਨਾਂ ਲੋਕਾਂ ਪਿੱਛੇ, ਕੋਈ ਲੱਖ ਦਾਤਾ ਪੀਰ, ਕੋਈ ਕਰੋੜ ਦਾਤਾ, ਪਤਾ ਨਹੀਂ ਇਹ ਵੈਰਾਈਟੀਆਂ ਕਿੱਥੋਂ ਆ ਗਈਆਂ। ਜਿਨ੍ਹਾਂ ਦੇ ਆਪ ਪੱਲੇ ਕੱਖ ਨਹੀਂ ਹੈ, ਉਹ ਸਾਨੂੰ ਕੀ ਦੇਣਗੇ ਬਾਈ? ਸਾਡੇ ਤੇ ਆਈਡਲ ਧਰੂ ਸਨ, ਪ੍ਰਹਿਲਾਦ ਸਨ, 4 ਸਾਹਿਬਜ਼ਾਦੇ ਸੀ। ਗੁਰੂ ਨਾਨਕ ਸਾਹਿਬ ਆਖਣ ਲੱਗੇ ਮਰਦਾਨਿਆ, ਉਹਦਾ ਦੇਸ਼ ਬਹੁਤ ਦੂਰ ਹੈ, ਕਿਉਂਕਿ ਉਹ ਰੱਬ ਦੇ ਹਜ਼ੂਰ ਹੈ। ਉਹ ਪਰਮਾਤਮਾ ਦਾ ਪਿਆਰਾ ਹੈ। ਸੱਚੀ ਪਰਮਾਤਮਾ ਕਿੰਨਾ ਪਿਆਰ ਕਰਦਾ ਜਿਹੜਾ ਉਹਨੂੰ ਪਿਆਰ ਕਰਦਾ ਹੈ। ਭਾਈ ਮਰਦਾਨਾ ਜੀ ਦੇ ਨੇਤਰ ਸੇਜਲ ਹੋ ਗਏ ਸੀ ਗੁਰੂ ਸਾਹਿਬ ਜੀ ਤੋਂ ਸੁਣ ਕੇ। 5 ਸਾਲਾਂ ਦੀ ਉਮਰ 'ਚ ਐਡਾ ਕਠਿਨ ਤਪ, ਘੋਰ ਤਪ। ਭਗਤ ਧਰੂ ਦੇ ਪੈਰਾਂ ਦੇ ਨਹੁੰ ਵੀ ਗਲ ਗਏ ਸੀ ਭਗਤੀ ਕਰਦੇ ਆ। ਗਰਮੀ, ਸਰਦੀ, ਧੁੱਪ, ਪਿਆਸ, ਦੁੱਖ, ਭੁੱਖ, ਸਰੀਰ ਦੀ ਚਮੜੀ ਲੈ ਗਈ। ਇੰਨਾ ਘੋਰ ਤਪ ਕੀਤਾ, ਕਠਿਨ ਤਪ ਕੀਤਾ ਉਸ ਵੇਲੇ। ਜਦੋਂ ਸਤਿਗੁਰਾਂ ਨੇ ਸੁਣਾਇਆ ਨਾ, ਕਹਿੰਦੇ ਉਹ ਮਹਾਂਪੁਰਖ ਹੈ, ਇਸੇ ਕਰਕੇ ਉਹ ਵੱਡਾ ਹੈ। ਇੱਥੋਂ ਹੀ ਗੱਲਾਂ ਬਣੀਆਂ ਨੇ। ਜੋਬਨ ਰੁੱਤੇ ਜਦ ਕੋਈ ਮਰਦਾ ਫੁੱਲ ਬਣੇ ਜਾਂਦਾ, ਸੁਣਦੇ ਹੋ ਨਾ, ਵੀ ਤਾਰਾ ਬਣ ਜਾਂਦਾ ਹੈ, ਫੁੱਲ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਧਰੂ ਵੱਡਾ ਇੱਕ ਤਾਰਾ ਹੈ। ਅੱਜ ਵੀ ਦੁਨੀਆ ਧਰੂ ਨੂੰ ਮੱਥਾ ਟੇਕਦੀ। ਸਾਡੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਨਾ, ਤੁਸੀਂ ਤੇ ਜ਼ਿਆਦਾ ਜਾਣਦੇ ਹੋਵੋਗੇ ਮੇਰੇ ਨਾਲ, ਜਦੋਂ ਕਿਤੇ ਧਰੂ ਤਾਰਾ ਵੇਖਣਾ ਨਾ, ਮੱਥਾ ਟੇਕ ਦੇਣਾ। ਉਹਨਾਂ ਦੀ ਭਾਵਨਾ ਕੀ ਹੁੰਦੀ ਸੀ? ਉਹ ਕਹਿੰਦੇ ਰੱਬ ਦਾ ਪਿਆਰਾ, ਰੱਬ ਦਾ ਪੁੱਤ ਹੈ ਇਹ। ਇਹਨੇ ਬੰਦਗੀ ਕਰਕੇ ਏਡਾ ਵੱਡਾ ਰੁਤਬਾ ਹਾਸਲ ਕਰ ਲਿਆ। ਅਸੀਂ ਕਿਹੜੇ ਰੁਤਬੇ ਪਿੱਛੇ ਤੁਰੇ ਫਿਰਦੇ ਆ? ਯਾਰ ਮੈਨੂੰ ਕੋਈ ਚੇਅਰਮੈਨ ਬਣਾ ਦੇ, ਮੈਨੂੰ ਕੋਈ ਉਸਤਾਦ ਜੀ ਕਵੇ, ਕੋਈ ਮੇਰੇ ਪੈਰੀ ਹੱਥ ਲਾਵੇ, ਮੈਨੂੰ ਕੋਈ ਫਲਾਣੇ ਮੰਤਰੀ ਨਾਮ ਲਾ ਦੇ। ਦੱਸ ਕਿਹੜੇ ਚੱਕਰਾਂ 'ਚ ਤੁਰੇ ਫਿਰਦੇ ਆ? ਤੇ ਗੁਰੂ ਤੇ ਸਾਨੂੰ ਏਡਾ ਵੱਡਾ ਬਣਾਉਣ ਨੂੰ ਫਿਰਦਾ ਵੀ ਸਿੱਖਾ ਆ ਤੈਨੂੰ ਧਰੂ ਦਾ ਰੁਤਬਾ ਦੇ ਦੇ ਆ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੇਰੇ ਨੇਤਰ ਸੇਜਲ ਹੋ ਗਏ ਜਦ ਮੈਂ ਧਰੂ ਦੀ ਕਥਾ ਗੁਰੂ ਦੀ ਰਸਨਾ ਤੋਂ ਸੁਣੀ ਐ। ਬਿਗਸੇ ਪੰਕਜ ਬਨਨ ਬਚਨ ਮੁਖ ਸੋ ਫਣਿਓ, ਮਰਦਾਨਾ ਕਿਆ ਕਹਿਤ ਦੇ ਤੁਮ ਕਿਵ ਗੁਣਿਓ। ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਸੁਣਾਉਂਦੇ ਸੁਣਾਉਂਦੇ ਹੱਸ ਪਏ। ਬੜਾ ਮੁਸਕਰਾਉਂਦੇ ਸੀ ਮਹਾਰਾਜ, ਬੜਾ ਫਨੀ ਸੁਭਾਅ ਸੀ ਗੁਰੂ ਸਾਹਿਬ ਦਾ। ਕਹਿੰਦੀ ਮਹਾਰਾਜ ਮੈਨੂੰ ਆਖਣ ਲੱਗੇ ਬਾਲਿਆ, ਮਰਦਾਨਾ ਕੀ ਕਹਿੰਦੇ ਸੁਣਿਆ?
दस भाई ਇਹਦੀ ਗੱਲ ਮੰਨਣ ਵਾਲੀ ਹੈ? ਕਿਉਂਕਿ ਕਹਿ ਦੇਣਾ ਬੜਾ ਸੌਖਾ ਹੈ ਜੀ, ਉੱਥੇ ਪਹੁੰਚਣਾ ਕੋਈ ਖੇਡ ਥੋੜਾ ਹੈ। ਉੱਥੇ ਖੁਦਾ ਹੀ ਪਹੁੰਚ ਸਕਦਾ ਨਾ, ਰੱਬ ਗੁਰੂ ਨਾਨਕ। ਆਪਣੇ ਪਿਆਰੇ ਸਿੱਖ ਭਾਈ ਬਾਲੇ ਨੂੰ ਪੁੱਛਦੇ ਆ, ਬਾਲਿਆ ਮਰਦਾਨੇ ਦੀ ਗੱਲ ਸੁਣੀ ਹੈ, ਇਹ ਕੀ ਆਖਦਾ ਏ? ਅੱਗੇ ਚਾਹਿਤ ਚਲਿਓ ਪਿਖਣ ਧਰੂ ਥਾਨ ਕੋ, ਹੋ ਤੁਮ ਨਿਜ ਮਨ ਕੀ ਦੇਹੋ, ਚਾਹੋ ਕੇ ਨਾ ਜਾਣ ਕੋ। ਭਾਈ ਮਰਦਾਨਾ ਕਹਿੰਦਾ ਧਰੂ ਦੇ ਦੇਸ਼ ਤਾਰੇ ਤੇ ਲੈ ਜਾਓ। ਬਾਲਿਆ ਤੂੰ ਦੱਸ, ਤੇਰਾ ਵੀ ਚਿੱਤ ਕਰਦਾ ਹੈ? ਤੂੰ ਮਰਦਾਨੇ ਨਾਲ ਸਹਿਮਤ ਹੈ? ਕਹਿੰਦੇ ਗੁਰੂ ਸਾਹਿਬ ਨੇ ਮੇਰੇ ਬਾਰੇ ਪੁੱਛਿਆ ਵੀ ਆਹ ਤੇ ਤਿਆਰ ਆ ਜਾਣ ਨੂੰ, ਤੇ ਨਾਲ ਦਾ ਸਾਥੀ ਕਹੇ ਬਾਬਾ ਮੈਂ ਤਾਂ ਨਹੀਂ ਜਾਣਾ। ਧਰੂ ਤੇ ਸਾਧੂ ਜਾਣਾ ਚਾਹੁੰਦੇ ਆ ਕਿਉਂਕਿ ਭਾਈ ਮਰਦਾਨੇ ਦੀ ਇੱਛਾ ਏ। ਮੈਂ ਤਾਂ ਹੀ ਕਹਿਣਾ ਹੁੰਦਾ ਵੀ ਜਿਹਨੇ ਗੁਰੂ ਨਾਨਕ ਸਾਹਿਬ ਦੀ ਕਥਾ ਨਹੀਂ ਸੁਣੀ, ਉਹ ਤੇ ਸਿੱਖੀ 'ਚ ਕਦੇ ਜੰਮਿਆ ਹੀ ਨਹੀਂ। ਕੀ ਪਤਾ ਉਹਨੂੰ ਗੁਰਪੁਰਬ ਮਨਾ ਲਿਆ, ਧੰਨ ਸਿੱਖੀ ਬਾਬਾ ਧੰਨ ਸਿੱਖੀ, ਲੰਗਰ ਛਕ ਲਿਆ, ਘਰ ਨੂੰ ਲੈ ਕੇ ਧੰਨ ਸਿੱਖੀ, ਇਹ ਥੋੜਾ ਸਿੱਖੀ ਹੈ। ਗੁਰੂ ਨਾਨਕ ਸਾਹਿਬ ਦੀ ਕਥਾ ਆਪ ਸੁਣੀਏ, ਘਰ ਜਾ ਕੇ ਆਪਣੇ ਬੱਚਿਆਂ ਨੂੰ ਸੁਣਾਈਏ। ਜਦ ਵੀ ਕੋਈ ਸਾਨੂੰ ਮਿਲਦਾ ਤੇ ਗੁਰੂ ਦੀ ਕਥਾ ਸੁਣਾਓ। ਅਸੀਂ ਤੇ ਕਥਾ ਚਾਹੁੰਦੇ ਵੀ ਚੁਗਲੀਆਂ ਜਾਂਦੇ ਵੀ ਚੁਗਲੀਆਂ, ਗੁਰੂ ਦੀ ਗੱਲ ਕਿੱਥੇ ਜਾਂਦੀ? ਸਿੱਖੀ ਦੀਆਂ ਪਹੇਲੀਆਂ ਬੜੀਆਂ ਗਹਿਰੀਆਂ ਨੇ। ਭਾਈ ਬਾਲਾ ਕਹਿੰਦਾ ਮਰਦ ਜੋ ਮਰਦਾਨਾ ਕਹਿੰਦਾ ਹੈ ਚੰਗਾ ਹੀ ਲੱਗਦਾ ਹੈ, ਮੈਨੂੰ ਵੀ ਚੰਗਾ ਲੱਗਦਾ ਹੈ, ਮੇਰੀ ਵੀ ਇੱਛਾ ਹੈ ਜੇ ਇਹ ਜਾਣਾ ਚਾਹੁੰਦੇ ਆ ਤੇ ਸਾਨੂੰ ਵੀ ਲੈ ਚੱਲੋ। ਸ੍ਰੀ ਅੰਗਦ ਜੀ ਸੁਣੋ ਬਚਨ ਤਬ ਮੈਂ ਕਹੇ, ਮਰਦਾਨਾ ਜੋ ਕਹਿਤ ਸੋ ਨੀਕੀ ਬਿਦ ਅਹੇ। ਗੁਰੂ ਅੰਗਦ ਦੇ ਪਾਤਸ਼ਾਹ ਸੁਣੋ, ਮੈਂ ਵੀ ਸਤਿਗੁਰਾਂ ਨੂੰ ਕਿਹਾ ਪਾਤਸ਼ਾਹ ਜੋ ਮਰਦਾਨਾ ਕਹਿੰਦਾ ਮੈਂ ਸਹਿਮਤ ਆਉਂਦੇ ਨਾਲ ਜੀ, ਲੈ ਚੱਲੋ। ਕਿਉਂਕਿ ਮੈਨੂੰ ਵੀ ਪਤਾ ਵੀ ਗੁਰੂ ਨਾਨਕ ਤੋਂ ਬਿਨਾਂ ਸਾਨੂੰ ਕੋਈ ਇਹਨਾਂ ਤਾਰਿਆਂ ਦੇ ਦੇਸ਼ ਨਹੀਂ ਲੈ ਕੇ ਜਾ ਸਕਦਾ। ਅਸੀਂ ਤੇ ਪੰਜਾਬ 'ਚ ਹੀ ਲੜੀ ਜਾਂਦੇ ਹਾਂ, ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਅਸੀਂ ਮਨਾਇਆ, ਅੱਜ ਫਲਾਣੇ ਮੁਸਲਮਾਨ ਨੇ ਪਾਠ ਕਰ ਲਏ, ਏਡੀ ਛੋਟੀ ਸੋਚ ਸਾਡੀ। ਕਦੇ ਪੜ੍ਹੋ ਤੇ ਸਹੀ ਗੁਰੂ ਨਾਨਕ ਸਾਹਿਬ ਬਾਰੇ। ਪੂਰੀ ਪ੍ਰਿਥਵੀ ਦੇ ਵਿੱਚ ਕਿਹੜਾ ਧਰਮ ਹੈ ਜੋ ਗੁਰੂ ਨਾਨਕ ਸਾਹਿਬ ਨੂੰ ਨਹੀਂ ਜਾਣਦਾ ਜਾਂ ਫੋਲੋ ਨਹੀਂ ਕਰਦਾ? ਉਹ ਜਿਨ੍ਹਾਂ ਦੀਆਂ ਗੱਲਾਂ ਧਰੂ ਦੀ ਪੁਰੀ ਤੱਕ ਹੋ ਰਹੀਆਂ ਨੇ, ਜਿਨ੍ਹਾਂ ਨੂੰ ਰੱਬ ਖੰਡਾਂ ਬ੍ਰਹਿਮੰਡਾਂ ਵਿੱਚ ਮੰਨਿਆ ਜਾਂਦਾ ਹੈ, ਉਹ ਰੱਬ ਅੱਜ ਸਾਡਾ ਗੁਰੂ ਹੋਵੇ ਤੇ ਸਾਡਾ ਤੇ ਧਰਤੀ ਤੇ ਪੈਰ ਨਹੀਂ ਲੱਗਣਾ ਚਾਹੀਦਾ। ਪਰ ਅਸੀਂ ਤੇ ਗੱਲਾਂ ਹੀ ਚਾਰ ਸੁਣੀਆਂ, ਸੱਪ ਨੇ ਛਾਂ ਕਰਤੀ, ਰਾਏ ਬਲਾਲ ਮਿਲ ਗਏ, ਰੁੱਖ ਦਾ ਪਰਛਾਵਾਂ ਨਹੀਂ ਟਲਿਆ, ਧੰਨ ਗੁਰੂ ਨਾਨਕ ਤੂੰ ਨਿਰੰਕਾਰ। ਸਿੱਧਾ ਨੂੰ ਮਿਲ ਗਏ ਜੀ ਜਾ ਕੇ, ਫੇਰ ਬਾਬਾ ਮੱਕੇ ਗਿਆ, ਇਹ ਤੂੰ ਅੱਗੇ ਵਧੇ ਹੀ ਨਹੀਂ ਕਦੇ। ਮੈਨੂੰ ਤੇ ਲੱਗਦਾ 25-30 ਸਾਲ ਤੇ ਮੈਨੂੰ ਸੁਣਦੇ ਹੋਗੇ ਜਿੰਨੀ ਕੁ ਉਮਰ ਹੈ, ਬਸ ਆਹੀ ਸੁਣੀ ਜਾਂਦੇ, ਤੂੰ ਅੱਗੇ ਪਤਾ ਹੀ ਨਹੀਂ ਲੱਗਦਾ ਵੀ ਗੁਰੂ ਸਾਹਿਬ ਨੇ ਕਰਿਆ ਕੀ ਹੈ, ਗਏ ਕਿੱਥੇ ਕਿੱਥੇ। ਕਿੱਡੀ ਮਹਿਮਾ ਪਿਆਰੀ ਹੈ। ਅੱਜ ਸੁਣਦੇ ਕਥਾ ਗੁਰੂ ਅੰਗਦ ਦੇ ਪਾਤਸ਼ਾਹ ਵਿਸਮਾਦ ਵਿੱਚ ਆ ਗਏ, ਕਿਉਂਕਿ ਆਹ ਜਿਹੜੀ ਸਿੱਧਾਂ ਦੀ ਕਥਾ ਨਾ ਜਿਹੜੀ ਆਰੰਭ ਹੋਈ ਹੈ, ਸੱਚੀ ਗੱਲ ਹੈ ਜੀ, ਜਿਹਨੂੰ ਸਿੱਖੀ ਨਾਲ ਪਿਆਰ ਆ ਨਾ ਉਥੇ ਭਾਵੁਕ ਹੋ ਜਾਂਦਾ ਸੁਣ ਕੇ, ਕੰਨ ਖੋਲ ਦਿੰਦੀ ਹੈ, ਹਿਰਦਾ ਰਵਾ ਦਿੰਦੀ ਅੰਦਰੋਂ। ਗੁਰੂ ਬਾਬਾ ਜੀ ਕਹਿੰਦੇ ਠੀਕ ਹੈ ਬਾਲਿਆ, ਫਿਰ ਤੁਹਾਡਾ ਦੋਨਾਂ ਦਾ ਹੁਕਮ ਸਿਰ ਮੱਥੇ ਪ੍ਰਵਾਨ ਹੈ। ਜੇ ਉਰਦ ਹੈ ਥਾਨ ਬਸਤ ਜੇਤ ਨਹਿ ਮੈਂ, ਉਹ ਸਬੈ ਬਿਲੋਕਨ ਚਾਹੇ ਅਦਕ ਮਮ ਮਨ ਮੈਂ। ਭਾਈ ਬਾਲਾ ਕਹਿੰਦੇ ਮਹਾਰਾਜ ਫਿਰ ਮੈਂ ਪੁੱਛਿਆ ਉਸ ਵੇਲੇ ਗੁਰੂ ਨਾਨਕ ਸਾਹਿਬ, ਬਾਬਾ ਜੀ ਜੇ ਆਪਾਂ ਧਰੂ ਦੀ ਪੁਰੀ ਜਾਵਾਂਗੇ ਕੀ ਧਰੂ ਭਗਤ ਜੀ ਸਾਨੂੰ ਮਿਲਣਗੇ? ਕਿੱਡਾ ਵੱਡਾ ਸਵਾਲ ਹੈ। ਗੁਰੂ ਨਾਨਕ ਮੁਸਕਰਾ ਕੇ ਕਹਿੰਦੇ ਅਵਸ਼ ਤੈਨੂੰ ਮਿਲਣੇ ਆਉਣਗੇ, ਆਖੋ ਸਤਿਨਾਮ ਬਹੁਤ ਨੇ। ਗੁਰੂ ਪੀਰ ਰਹਿਬਰ ਰੱਬ ਦੇ ਭਗਤ ਮਰਦੇ ਆ ਜੀ ਕਦੇ? ਕਦੇ ਵੀ ਨਹੀਂ। ਗੁਰੂ ਕਲਗੀਧਰ ਜੋਤੀ ਜੋਤ ਸਮਾ ਗਏ, ਸਿੰਘ ਵਰਾਗ ਚ ਰੋ ਰਹੇ ਆ। ਇੱਕ ਫਕੀਰ ਕਹਿੰਦਾ ਰੋਂਦੇ ਕਿਉਂ? ਕਹਿੰਦੇ ਜੀ ਬਾਜਾਂ ਵਾਲੇ ਵਿਛੋੜਾ ਨਹੀਂ। ਕਹਿੰਦੇ ਮੈਨੂੰ ਤੇ ਹੁਣੇ ਮਿਲਿਆ ਘੋੜੇ ਤੇ, ਆਹ ਘੋੜਾ ਸੀ। ਵੇਖਿਆ ਘੋੜਾ ਵੀ ਹੈ ਨਹੀਂ। ਕੀ ਅੱਜ ਗੁਰੂ ਨਾਨਕ ਸਾਹਿਬ ਸਾਡੇ ਤੋਂ ਦੂਰ ਹਨ? ਬਿਲਕੁਲ ਨਹੀਂ। ਸੁਣਦੇ ਸੀ ਨਾ ਵੀ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਝੁਕਾਇਆ, ਕੀ ਗੁਰਪੁਰਬ ਤੇ ਮੋਦੀ ਜਿਹਾ ਬਾਬਰ ਨਹੀਂ ਝੁਕਿਆ? ਖੁਸਾ ਦਾ ਨਾਮ ਅਸੀਂ ਤੇ ਐਵੇਂ ਲੜਦੇ ਫਿਰਦੇ, ਡਾਂਗਾ ਚੁੱਕੀ ਫਿਰਦੇ। ਇੱਕ ਦੁਸ਼ਟ ਬੰਦਾ ਜਿਹਨੂੰ ਐਡਾ ਐਟੀਟਿਊਡ ਹੋਵੇ ਵੀ ਮੈਂ ਜੋ ਕਹਿਤਾ ਵਾਪਸ ਕਰ ਹੀ ਨਹੀਂ ਸਕਦਾ, ਕਦੇ ਕੀਤਾ ਕਿ ਨਹੀਂ ਕੀਤਾ?
ਉਹ ਅਲੱਗ ਗੱਲ ਆ, ਅਸੀਂ ਆਪਣੀਆਂ ਡਫਲੀਆਂ ਵਜਾਈ ਜਾਈਏ, ਅਸੀਂ ਕਰਾਤਾ, ਸਾਨੂੰ ਕੌਣ ਪੁੱਛਦਾ ਸੀ। ਉੱਥੇ ਬੜੇ ਆਏ ਬੜੇ ਤੁਰ ਗਏ। ਉਹਨਾਂ ਤੇ ਇੰਟਰਨੈਸ਼ਨਲ ਦਬਾਅ ਜਦੋਂ ਪਿਆ ਨਾ, ਗੁਰੂ ਸਾਹਿਬ ਆਪ ਵਰਤੇ ਨੇ, ਪਰ ਅਜੇ ਵੀ ਵਿਸ਼ਵਾਸ ਇਹਨਾਂ ਲੋਕਾਂ ਦਾ ਨਹੀਂ, ਕਿਉਂਕਿ ਬਾਬਰ ਬਾਬਰੀ ਸੀ। ਉਹ ਮਿੱਤ ਨਹੀਂ ਸੀ ਬਣਿਆ ਕਿਸੇ ਦਾ। ਮਿੱਤ ਨਾ ਅੱਜ ਹੈ ਨਾ ਕੱਲ ਹੈ, ਤੇ ਇਹਦੇ ਖਮਿਆਜੇ ਵੀ ਸਾਡੇ ਸਮਾਜ ਨੂੰ ਭੁਗਤਣੇ ਪੈਣਗੇ। ਯਾਦ ਰੱਖਿਓ, ਇਹ ਹਲਕੇ 'ਚ ਨਹੀਂ ਹੈ, ਕਿਉਂਕਿ ਜਦ ਵੀ ਕਿਸੇ ਕੌਮ ਤੇ ਭੀੜ ਬਣਦੀ ਫਿਰ ਬੜੇ ਨੁਕਸਾਨ ਝੱਲਣੇ ਹੁੰਦੇ ਆ। ਗੁਰੂ ਨਾਨਕ ਸਾਹਿਬ ਆਖਣ ਲੱਗੇ, ਬਾਲਿਆ ਕੋਲ ਬਹਿ ਕੇ ਗੱਲਾਂ ਕਰ ਲਿਓ, ਉਹ ਤੇ ਅਮਰ ਨੇ। ਰੱਬ ਰਤੀਆਂ ਰੂਹਾਂ ਅੱਜ ਵੀ ਸੁਣਦੀਆਂ ਨੇ, ਅੱਜ ਵੀ ਬੈਠੀਆਂ ਨੇ। ਕੀ ਗੁਰੂ ਨਾਨਕ ਸਾਹਿਬ ਸਾਡੇ ਤੋਂ ਦੂਰ ਨੇ? ਤਾਂ ਹੀ ਤੇ ਮਰਦ ਕਹਿੰਦੇ ਤੂੰ ਬਾਣੀ ਪੜ੍ਹ, ਮੈਂ ਤੇਰੇ ਕੋਲੇ ਆ। ਮਿਲਿਆ ਕਿਉਂ ਨਹੀਂ? ਕਿਤੇ ਕੋਈ ਬਹੁਤੇ ਮਾੜੇ ਕਰਮ ਅਸੀਂ ਕੀਤੇ ਹੋਏ, ਅਸੀਂ ਤੇ ਗੁਰੂ ਘਰ ਬਹਿ ਕੇ ਵੀ ਇਕਾਗਰ ਚਿੱਤ ਨਹੀਂ ਹੋ ਸਕਦੇ। ਕਿਰਪਾ ਨਾਲ ਆ ਤੇ ਗਏ ਆ, ਇਕਾਗਰ ਚਿੱਤ ਹੌਲੀ ਹੌਲੀ ਹੋਵਾਂਗੇ। ਸਤਿਗੁਰ ਅੱਜ ਵੀ ਮਿਲਦੇ ਆ ਸਿੱਖਾਂ ਨੂੰ ਜੀ, ਕੋਈ ਵੱਡੀ ਗੱਲ ਨਹੀਂ ਹੈ। ਬਹੁਤ ਛੇਤੀ ਮਿਲ ਜਾਂਦੇ ਆ ਜਿੱਦਣ ਮਨ ਸੱਚਾ ਸੁੱਚਾ ਹੋ ਗਿਆ। ਮਤਲਬ ਅਜੇ ਮਨ ਕਪਟੀ, ਅਸੀਂ ਤੇ ਮੰਨਣ ਨੂੰ ਤਿਆਰ ਨਹੀਂ। ਮੰਨੀ ਦਾ ਹੁੰਦਾ ਹੈ ਮੇਰਾ ਮਨ ਬੇਈਮਾਨ ਹੈ, ਮੇਰਾ ਮਨ ਕਾਮੀ ਹੈ, ਮੇਰਾ ਮਨ ਕ੍ਰੋਧੀ ਹੈ, ਮੇਰਾ ਮਨ ਲੋਭੀ ਹੈ। ਜਿੱਦਣ ਗੁਰੂ ਅੱਗੇ ਮੰਨਣ ਲੱਗੇ ਨਾ, ਗੁਰਸਿੱਖਾਂ ਅੱਗੇ, ਕਿਰਪਾ ਹੀ ਉਦੋਂ ਹੋਣੀ ਹੈ। ਸਤਿਗੁਰ ਕਹਿੰਦੇ, ਬਾਲਿਆ ਬਚਨ ਕਰਾਵਾਂਗੇ, ਤੈਨੂੰ ਕੋਲ ਬਿਠਾਵਾਂਗੇ, ਮਿਲ ਕੇ ਦੇਖਿਓ। ਸੱਚੀ ਕਿੰਨਾ ਮਨ ਐਕਸਾਈਟਡ ਹੁੰਦਾ ਹੋਊਗਾ ਵੀ ਜਿਸ ਧਰੂ ਬਾਰੇ ਸੁਣਦੇ ਆ, ਮਿਲਣ ਦਾ ਮੌਕਾ ਮਿਲੇਗਾ। ਇਸ ਬਿਦੇ ਹਮਕੋ ਬੂਝ, ਦੀਨ ਦੁਖ ਭਜਨੰ, ਗਮਨੇ ਆਗੇ ਬਹੋਰ, ਮਾਨ ਸਿੱਧ ਗੰਜਨੰ। ਸਿੱਧਾਂ ਦਾ ਮਾਨ ਕੱਟਣ ਵਾਲੇ ਸਤਿਗੁਰੂ ਇੰਨੇ ਬਚਨ ਸਾਨੂੰ ਕਹਿ ਕੇ ਸਿਲਾ ਤੋਂ ਉੱਠ ਕੇ ਕਹਿੰਦੇ, ਚੱਲ ਫਿਰ ਬਾਲਿਆ ਚੱਲੀਏ। ਸਮਾਂ ਸਮਾਪਤ ਹੋ ਗਿਆ ਜੀ। ਜੋ ਕੁਝ ਹੋਏਗਾ ਆਉਣ ਵਾਲੇ ਦਿਨਾਂ ਵਿੱਚ ਆਨੰਦ ਮਾਣਾਂਗੇ। ਇਹ ਤੇ ਉਹ ਕਥਾ ਹੈ ਜਿਹਨੂੰ ਅੰਮ੍ਰਿਤ ਕਹਿੰਦੇ ਆ। ਜੋ ਇਹ ਕਥਾ ਸੁਣਾਇਆ ਰਗਾਵੈ ਦੁਖ ਪਾਪ, ਤੇ ਨਿਕਟ ਨਾ ਆਵੈ। ਪਾਤਸ਼ਾਹ ਕਿਰਪਾ ਕਰਿਓ ਇਸੇ ਤਰ੍ਹਾਂ ਜੁੜ ਕੇ ਕਿਤੇ ਮਨ ਕਰਕੇ ਨੀਵੀਂ ਹੋ ਜਾਈਏ, ਜੁੜ ਕੇ ਅਸੀਂ ਵੀ ਕਿਤੇ ਅੰਦਰੋਂ ਆਨੰਦ ਮਾਣ ਲਈਏ, ਕਿਤੇ ਸਾਨੂੰ ਵੀ ਤੇਰੇ ਦੀਦਾਰ ਹੋ ਜਾਣ। ਕਿਉਂਕਿ ਰੋਜ਼ ਸਾਨੂੰ ਦਰਸ਼ਨ ਹੁੰਦੇ ਆ, ਇਹ ਸਰਵਣ ਦਰਸ਼ਨ, ਇਹਦਾ ਬੜਾ ਵੱਡਾ ਮਹਾਤਮ ਹੈ। ਸੁਣ ਕੇ ਉੱਥੇ ਸੁਰਤ ਨਾਲ ਪਹੁੰਚ ਜਾਣਾ, ਇਹ ਵੀ ਇੱਕ ਹਾਜ਼ਰੀ ਹੈ। ਆਪੇ ਗੁਰੂ ਸਾਹਿਬ ਕਿਰਪਾ ਕਰਦੇ ਰਹਿਣਗੇ। ਕੱਲ ਦੇ ਦੀਵਾਨਾਂ 'ਚ ਜੋ ਕੁਝ ਹੋਏਗਾ ਜੀ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।